ਸ਼ਲੋਕ ਮਹਲਾ ਤੀਜਾ। ਤੀਜੇ ਪਾਤਸ਼ਾਹ ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੂੰ ਹੀ ਬਣ ਆਵੇ। ਜਿਸ ਸਮੇਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਅਪਮਾਨ ਹੋਇਆ ਜਾਣ ਕੇ ਖੈਰੀ ਜੱਟਾਂ ਦੇ ਗੁਰੂ ਜੋਗੀ ਤਪੇ ਨੂੰ ਸਜ਼ਾ ਦੇਣ ਲਈ ਨੀਂਹ ਪਵਾਇਆ ਸੀ। ਇਸ ਵਾਰਤਾ ਨੂੰ ਸਿੱਖਾਂ ਦੇ ਪੁੱਛਣ ਤੋਂ ਸਤਿਗੁਰੂ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਦੇ ਵਿੱਚ ਇੰਜ ਉਚਾਰਨ ਕੀਤਾ। ਉਨਵ ਆਇਆ ਗੁਰੂ ਰੂਪੀ ਬੱਦਲ ਝੁਕ ਝੁਕ ਕੇ ਭਾਵ ਅਤਿਅੰਤ ਕਿਰਪਾਲੂ ਹੋ ਕੇ ਸੰਸਾਰ ਵਿੱਚ ਆਇਆ ਹੈ। ਅਵਰ ਕਰਿੰਦਾਵਨ ਪਰ ਜਗਿਆਸੂ ਤੋਂ ਕੋਈ ਗਲਤੀ ਹੋਣ ਕਾਰਨ ਗੁਰੂ ਹੋਰ ਹੀ ਰੰਗ ਕਰ ਲੈਂਦਾ ਹੈ। ਭਾਵ ਗਿਆਨ ਨਾਮ ਦੀ ਦਾਤ ਨਹੀਂ ਦਿੰਦਾ। ਇਸੇ ਪ੍ਰਕਾਰ ਉਨਵ ਆਇਆ ਪਾਖੰਡੀ ਗੁਰੂ ਝੁਕ ਝੁਕ ਕੇ ਭਾਵ ਅਤਿਅੰਤ ਕਿਰਪਾਲੂ ਹੋ ਕੇ ਸੰਸਾਰ ਵਿੱਚ ਆਉਂਦਾ ਹੈ। ਅਵਰ ਕਰਿੰਦਾਵਨ ਪਰ ਜਦ ਬ੍ਰਹਮ ਗਿਆਨ ਦੀ ਦਾਤ ਦੇਣੀ ਹੋਵੇ ਜਾਂ ਵਿਕਾਰ ਮਿਟਣੇ ਹੋਣ ਤਦੋਂ ਪਖੰਡੀ ਗੁਰੂ ਝੱਟ ਹੀ ਹੋਰ ਰੰਗ ਕਰ ਲੈਂਦਾ ਹੈ। ਪਿਆ ਜਾਣਾ ਤਿਸ ਸਾਹਸ ਇਸ ਲਈ ਕੀ ਜਾਣੀਏ ਕਿ ਤਿਸ ਸ਼ਾਹੂਕਾਰ ਪਰਮੇਸ਼ਰ ਦੇ ਨਾਲ ਦੇਵਰ ਹਾਸੀ ਰੰਗ ਰਹਿਸੀ ਕਿਸ ਪ੍ਰਕਾਰ ਜਗਿਆਸੂ ਦਾ ਰੰਗ ਕਹੀਏ ਪ੍ਰੇਮ ਰਹਿਸੀ ਰਹਿ ਜਾਵੇਗਾ। ਭਾਵ ਪਖੰਡੀ ਗੁਰੂ ਵੱਲੋਂ ਜਗਿਆਸੂ ਦਾ ਮਨ ਉਪਰਾਮ ਹੋ ਕੇ ਪਰਮੇਸ਼ਰ ਵੱਲ ਜੁੜੇਗਾ ਜਾਂ ਨਹੀਂ ਜੁੜੇਗਾ। ਰੰਗ ਰਹਿਆ ਤਿਨ ਕਾਮਣੀ ਤਿੰਨਾਂ ਇਸਤਰੀਆਂ ਦਾ ਪਤੀ ਦੇ ਨਾਲ ਪ੍ਰੇਮ ਮਤਲਬ ਰਸ ਰਿਹਾ ਹੈ। ਜਿਨ ਮਨ ਭਾਉ ਭਾਉ ਹੋਏ ਜਿਨ੍ਹਾਂ ਦੇ ਚਿੱਤ ਵਿੱਚ ਪਾਤਵਰਤਾ ਧਰਮ ਰੱਖਣ ਦਾ ਡਰ ਅਤੇ ਪਤੀ ਪ੍ਰਾਪਤੀ ਦਾ ਅੰਦਰ ਪ੍ਰੇਮ ਹੈ। ਨਾਨਕ ਪੈ ਭਾਏ ਬਾਹਰੇ ਜੋ ਇਸਤਰੀਆਂ ਪਤੀ ਦੇ ਡਰ ਅਤੇ ਪ੍ਰੇਮ ਤੋਂ ਬਗੈਰ ਹਨ ਤਿਨ ਤਨ ਸੁਖ ਨਾ ਹੋਏ। ਤਿੰਨਾਂ ਦੇ ਤਨ ਸਰੀਰ ਨੂੰ ਸੁਹਾਗ ਦਾ ਪਤੀ ਦੀ ਪ੍ਰਾਪਤੀ ਦਾ ਸੁਖ ਨਹੀਂ ਹੋ ਸਕਦਾ। ਇਸੇ ਪ੍ਰਕਾਰ ਰੰਗ ਰਹਿਆ ਤਿਨ ਕਾਮਣੀ ਤਿੰਨਾਂ ਚਾਹਵਾਨ ਮਹਾਤਮਾ ਰੂਪ ਇਸਤਰੀਆਂ ਦਾ ਪਰਮੇਸ਼ਰ ਨਾਲ ਪ੍ਰੇਮ ਰਸ ਰਿਹਾ ਹੈ। ਜਿਨ ਮਨ ਭਾਉ ਭਾਉ ਹੋਏ ਜਿਨ੍ਹਾਂ ਦੇ ਚਿੱਤ ਵਿੱਚ ਪਰਮੇਸ਼ਰ ਦਾ ਡਰ ਅਤੇ ਪ੍ਰੇਮ ਹੁੰਦਾ ਹੈ। ਨਾਨਕ ਪੈ ਭਾਏ ਬਾਹਰੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਜਗਿਆਸੂ ਰੂਪ ਜੋ ਇਸਤਰੀਆਂ ਪਰਮੇਸ਼ਰ ਦੇ ਡਰ ਅਤੇ ਪ੍ਰੇਮ ਤੋਂ ਬਗੈਰ ਹਨ ਤਿਨ ਤਨ ਸੁਖ ਨਾ ਹੋਏ। ਤਿੰਨਾਂ ਦੇ ਤਨ ਮਨ ਵਿੱਚ ਪਤੀ ਪਰਮੇਸ਼ਰ ਦੀ ਪ੍ਰਾਪਤੀ ਦਾ ਆਨੰਦ ਨਹੀਂ ਹੁੰਦਾ। ਮਹਲਾ ਤੀਜਾ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤੀਜੇ ਪਾਤਸ਼ਾਹ ਸ਼ੋਭਾਮਨ ਪੁਰਮਾਨ ਕਰਦੇ ਹਨ। ਉਨਵ ਆਇਆ ਜਦ ਵਰਖਾ ਹੋਣ ਲੱਗ ਪਈ ਉਸ ਵੇਲੇ ਸਤਿਗੁਰਾਂ ਨੇ ਬਚਨ ਕੀਤੇ ਕਿ ਇਹ ਜੱਟੋ ਵੇਖੋ ਬੱਦਲ ਝੁਕ ਝੁਕ ਕੇ ਆਉਂਦਾ ਹੈ। ਵਰਸੈ ਨੀਰ ਨਿਪੰਗ ਅਤੇ ਚਿੱਕ
ਚਿੱਕੜ ਤੋਂ ਰਹਿਤ ਹੋ ਕੇ ਪਾਪ ਇੱਕ ਰਸ ਸਾਫ ਪਾਣੀ ਵਰਸ ਰਿਹਾ ਹੈ। ਨਾਨਕ ਦੁਖ ਲਾਗਾ ਤਿਨ ਕਾਮਣੀ। ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਉਹਨਾਂ ਇਸਤਰੀਆਂ ਨੂੰ ਦੁੱਖ ਲੱਗਦਾ ਹੈ। ਜਿਨ ਕੰਤ ਸੋ ਮਨ ਭੰਗ। ਜਿਨ੍ਹਾਂ ਦਾ ਪਤੀ ਪਰਮੇਸ਼ਰ ਦੇ ਨਾਲ ਮਨ ਠੱਠਾ ਹੋਇਆ ਮੁੜਿਆ ਹੋਇਆ ਹੈ। ਇਸੇ ਪ੍ਰਕਾਰ ਉਨਵ ਆਇਆ ਗੁਰੂ ਰੂਪੀ ਬਦਲ ਚੁੱਕ ਚੁੱਕ ਕੇ ਪਾਪ ਅਤਿਅੰਤ ਕਿਰਪਾਲੂ ਹੋ ਕੇ ਆਇਆ ਹੈ। ਵਰਸੈ ਨੀਰ ਨਿਪੰਗ। ਨਿਪੰਗ ਨਿਰਮਲ ਇੱਕ ਰਸ ਸ਼ੁੱਧ ਅੰਮ੍ਰਿਤ ਨਾਮ ਰੂਪ ਜਲ ਵਸਦਾ ਪਿਆ ਹੈ। ਨਾਨਕ ਦੁਖ ਲਾਗਾ ਤਿਨ ਕਾਮਣੀ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਤਿੰਨਾਂ ਮਨਮੁਖ ਰੋਗ ਇਸਤਰੀਆਂ ਨੂੰ ਦੁੱਖ ਲੱਗਦਾ ਹੈ। ਜਿਨ ਕੰਤ ਸੋ ਮਨ ਭੰਗ। ਜਿਨ੍ਹਾਂ ਦਾ ਪਤੀ ਪਰਮੇਸ਼ਰ ਦੇ ਨਾਲੋਂ ਮਨ ਚਿੱਤ ਬੇਮੁਖੋਂ ਲੋਕ ਠੱਠਾ ਹੋਇਆ ਹੈ ਮੁੜਿਆ ਹੋਇਆ ਹੈ, ਜਾਂ ਜਿਨ੍ਹਾਂ ਦੀ ਮਨ ਦਾ ਪਤੀ ਪਰਮੇਸ਼ਰ ਦੇ ਨਾਲ ਭੇਦ ਵਿਗਨ ਪਿਆ ਹੋਇਆ ਹੈ। ਇਹ ਪਹਿਲੇ ਪਾਤਸ਼ਾਹ ਜੀ ਦੀ ਹੈ, ਕਿਉਂਕਿ ਵਾਰ ਨਾਮ ਹੀ ਪੌੜੀਆਂ ਦਾ ਹੈ। ਵਾਰ ਮਲਾਰ ਕੀ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਜੀ ਦੀ ਵਾਰ ਹੈ ਮਲਾਰ ਦੀ। ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਉਚਾਰ ਰਹੇ ਨੇ। ਹੋਵੇ ਤਰਫਾ ਉਪਾਏ। ਆਸਤਕ ਤੇ ਨਾਸਤਕ, ਗੁਰਮੁਖ ਤੇ ਮਨਮੁਖ, ਲੋਕ ਅਤੇ ਪਰਲੋਕ, ਦੇਵਤੇ ਅਤੇ ਦੈਤ, ਦੇਵੀ ਸੰਪਦਾ, ਸਤ ਸੰਤੋਖ ਅਤੇ ਕਾਮ ਕ੍ਰੋਧ ਆਦਿਕ ਆਸਰੀ ਸੰਪਦਾ। ਇਹ ਦੋ ਤਰਫਾਂ ਸੱਚ ਅਤੇ ਝੂਠ, ਹਨੇਰਾ ਅਤੇ ਚਾਨਣ, ਦਿਨ ਅਤੇ ਰਾਤ, ਗੁਰਦੁਆਰਾ ਤੇ ਸਿਨੇਮਾ ਘਰ, ਪੰਜ ਫੇਸ ਗੁਰਦੁਆਰਾ ਸਾਹਿਬਾੜਾ ਉਹਦੇ ਬਿਲਕੁਲ ਸਾਹਮਣੇ ਉਹ ਜਿਹਨੂੰ ਪੈਲਸ ਕਹਿੰਦੇ ਨੇ, ਮੈਰਿਜ ਪੈਲਸ, ਉੱਥੇ ਰੋਜ਼ ਇੱਕ ਪਾਸੇ ਕੀਰਤਨ ਹੁੰਦਾ, ਅੰਦਰ ਤੱਕ ਆਵਾਜ਼ ਆਉਂਦੀ ਡਮ ਡਮ ਠਾਠ। ਕਈ ਵਾਰ ਮੈਂ ਕਥਾ ਕਰਨ ਗਿਆ, ਮੂਰਖਾਂ ਨੂੰ ਕੌਣ ਸਮਝਾਏ ਵੀ ਗੁਰਦੁਆਰੇ ਦੀ ਆਵਾਜ਼ ਤਾਂ ਕਹਿੰਦੇ ਜੋੜੇ ਘਰ ਤੱਕ ਨਾ ਸੁਣੇ, ਤੇ ਅਲੱਗ ਹੀ ਕੋਠੀਆਂ ਨੇ। ਕਈ ਵਾਰ ਸੋ ਵਿਗੜੇ ਹੋਏ ਲੋਕ ਇਹ ਸੋਚਦੇ ਵੀ ਸਾਡੇ ਬੱਚਿਆਂ ਦੀ ਪੜ੍ਹਾਈ 'ਚ ਇਹ ਵਿਘਨ ਪੈਂਦਾ। ਆਪਾਂ ਵੀ ਪੜ੍ਹੇ ਹਾਂ, ਪੇਪਰ ਦਿੱਤੇ ਨੇ, ਇਹਨੇ ਵੀ ਫੇਲ ਹੋ ਕੇ ਪਾਸ ਹੋ ਕੇ ਇੱਥੇ ਆਏ ਹਾਂ। ਇਹ ਜਿਹੜੀ ਗੁਰਬਾਣੀ ਹੈ ਇਹ ਪਾਸ ਹੋ ਜਾਂਦੀ ਕਲਾਸ ਹੈ, ਫੇਰ ਵਾਲਾ ਬੰਦਾ ਕੀ ਪੜੂਗਾ? ਤਾਂ ਇਹਦੇ ਨਾਲ ਬਿਰਤੀ ਸੂਖਸ਼ਮ ਹੁੰਦੀ ਹੈ। ਬੱਚਿਆਂ ਨੂੰ ਸਮਝਾਉਣਾ ਚਾਹੀਦਾ ਕਿ ਮੋਬਾਈਲਾਂ ਤੋਂ, ਕੰਪਿਊਟਰ ਤੋਂ, ਗੂਗਲ ਤੋਂ, ਨੈਟ ਤੋਂ ਜਾਂ ਗੇਮਾਂ ਆਦਿਕਾਂ ਤੋਂ ਗੁਰੇਜ਼ ਕਰਕੇ ਸਗੋਂ ਗੁਰਬਾਣੀ ਦਾ ਨਿਤਨੇਮ ਕੀਤਾ ਜਾਏ। ਨਿਆਣੇ ਸਾਡੇ ਕਿਹੜਾ ਅੱਠੇ ਪੈਰ ਪੜ੍ਹਦੇ ਨੇ, ਫਜ਼ੂਲ ਦੀਆਂ ਬਾਤਾਂ ਮਾਰਦੇ, ਵੇਖੋ ਇੱਧਰ ਉੱਧਰ ਸੱਜੇ ਖੱਬੇ ਕਿੰਨਾ ਤੁਰੇ ਫਿਰਦੇ ਭਟਕਦੇ। ਗੁਰਬਾਣੀ ਥੋੜੀ ਪੜ੍ਹਨ ਨਹੀਂ ਦਿੰਦੀ, ਪੜ੍ਹਨ ਦਾ ਹੋਰ ਚੀਜ਼ਾਂ ਨਹੀਂ ਦਿੰਦੀਆਂ। ਬਾਣੀ ਤੋਂ ਤਾਂ ਬੰਦੇ ਦੀ ਇਕਾਗਰਤਾ ਬਣੂਗੀ। ਤੇ ਇਸ ਵਾਸਤੇ ਜਿੱਥੇ ਸ਼ਾਂਤੀ ਹੈ ਉੱਥੇ ਝਗੜਾ ਵੀ ਹੈ, ਜਿੱਥੇ ਫੁੱਲ ਹੈ ਉੱਥੇ ਕੰਡਾ ਵੀ ਹੈ। ਇਹ ਪਰਮਾਤਮਾ ਦੀ ਕੁਦਰਤ ਹੈ। ਗੁਰਦੁਆਰਾ ਸੀਸਗੰਜ ਦਿੱਲੀ ਦੇ ਬਿਲਕੁਲ ਸਾਹਮਣੇ ਇੱਕ ਸਿਨੇਮਾ ਘਰ ਸੀਗਾ। ਮਹਾਂਪੁਰਖ ਕਾਰ ਸੇਵਾ ਵਾਲੇ ਬਲਿਹਾਰ ਜਾਈਏ ਬਾਬਾ ਹਰਬੰਸ ਸਿੰਘ ਜੀ, ਉਹਨਾਂ ਸੋਚਿਆ ਵੀ ਗੁਰਦੁਆਰੇ ਦੇ ਸਾਹਮਣੇ ਕੰਜਰੀ ਨੱਚਦੀ ਚੰਗੀ ਨਹੀਂ ਲੱਗਦੀ। ਪਹਿਲਾਂ ਤਾਂ ਕਿਤੇ ਕਿਤੇ ਮੁਜਰਾ ਹੁੰਦਾ ਤੇ ਲੋਕ ਚੌਂਕਾਂ 'ਚ ਖੜ ਕੇ ਪੈਸੇ ਦੇ ਕੇ ਦੇਖਦੇ। ਅੱਜ ਕੱਲ੍ਹ ਤਾਂ ਸਕਰੀਨਾਂ ਦੇ ਸੋਚ ਨੱਪੋ ਘਰੋਂ ਘਰ। ਗੁਰਦੁਆਰੇ ਦੇ ਬਿਲਕੁਲ ਸਾਹਮਣੇ ਸਿਨੇਮਾ ਘਰ ਫੱਬਦਾ ਨਹੀਂ। ਬਿਲਕੁਲ ਚੌਂਕ 'ਚ ਬਾਬੇ ਮਤੀ ਦਾਸ ਦਾ ਸਮਾਰਕ ਹੈ। ਉਹਨਾਂ ਪੈਸੇ ਖਿਲਾਰਦੇ, ਕਹਿੰਦੇ ਚੁੱਕੋ ਭਾਈ, ਜਿੰਨੇ ਚੁੱਕਣੇ ਚੁੱਕੋ ਤੇ ਦੌੜ ਜਾਓ।
ਉੱਥੇ ਸਿੱਖ ਮਿਊਜ਼ੀਅਮ ਘਰ ਬਣਾਇਆ ਹੈ। ਸ਼ਹੀਦਾਂ ਦੀਆਂ ਤਸਵੀਰਾਂ ਲਾ ਕੇ ਅਜਾਇਬ ਘਰ ਬਣਾਤਾ, ਬੜਾ ਸੋਹਣਾ, ਮੈਨੂੰ ਬੜਾ ਚੰਗਾ ਲੱਗਾ। ਇਸ ਤਰ੍ਹਾਂ ਗੁਰਦੁਆਰੇ ਦਾ ਆਲਾ ਦੁਆਲਾ ਸਾਫ਼ ਹੋਣਾ ਚਾਹੀਦਾ, ਸੁੰਦਰੀਕਰਨ ਹੋਣਾ ਚਾਹੀਦਾ। ਕੂੜਾ ਕਰਕਟ, ਬੀੜੀ, ਸਿਗਰਟ, ਗੰਦੀਆਂ ਮੰਦੀਆਂ ਥੁੱਕਾਂ, ਤੰਬਾਕੂ ਇਤਿਆਦਿਕ ਤੋਂ ਰਹਿਤ ਹੋਣਾ ਚਾਹੀਦਾ। ਪਰ ਬੰਦਾ ਕਰੇ ਤਾਂ ਕਰੇ ਕੀ, ਰੱਬ ਦੀ ਕੁਦਰਤ ਹੀ ਐਸੀ ਹੈ, ਉਹਨੇ ਦੋਵੇਂ ਚੀਜ਼ਾਂ ਨਾਲੋਂ ਨਾਲ ਹੀ ਬਣਾਈਆਂ ਹੋਈਆਂ ਹਨ। ਜਿਹਦੇ ਮਾਂ ਪਿਓ ਚੰਗੇ ਨੇ, ਕਹਿੰਦੇ ਗੁਰਦੁਆਰੇ ਜਾਓ ਕਾਕਾ ਜੀ, ਉਹਨਾਂ ਦੇ ਨਿਆਣੇ ਵਿਗੜ ਜਾਂਦੇ ਨੇ। ਜਿਨ੍ਹਾਂ ਦੇ ਬੱਚੇ ਆਉਣੇ ਸ਼ੁਰੂ ਕਰ ਦਿੰਦੇ ਨੇ, ਮਾਂ ਪਿਓ ਸੋਚਦੇ ਵੀ ਇਹ ਤਾਂ ਅੰਮ੍ਰਿਤਧਾਰੀ ਬਾਬੇ ਬਣ ਗਏ, ਤੇ ਮੁੜ ਕੇ ਵਿਆਹ ਕਿਵੇਂ ਹੋਊਗਾ, ਇਹ ਸਮਾਜ ਵਿੱਚ ਕਿਵੇਂ ਵਿਚਰਨਗੇ, ਉਹਨਾਂ ਦੇ ਮਾਂ ਪਿਓ ਰੋਕਦੇ ਨੇ। ਤਾਂ ਇਸ ਵਾਸਤੇ ਕਿਤੇ ਵੀ ਬੈਲੈਂਸ ਨਹੀਂ ਹੈ। ਵਾਹਿਗੁਰੂ ਦੀ ਕੁਦਰਤ ਹੈ। ਜਿਸ ਤਰ੍ਹਾਂ ਹਰਨਾਕਸ਼ ਦੇ ਘਰ ਪ੍ਰਹਿਲਾਦ ਪੈਦਾ ਹੋਇਆ, ਧਰੂਵ ਭਗਤ ਦਾ ਵੀ ਘਰ ਦੇ ਵਿੱਚ ਖਟਪਟੀ ਪਈ। ਤਾਂ ਇੰਝ ਕਿਤੇ ਕਿਤੇ ਹੈ, ਜੇ ਸਾਰਾ ਕੁਝ ਬੈਲੈਂਸ ਹੈ, ਨਹੀਂ ਤਾਂ ਦੋਵੇਂ ਹੀ ਪਾਸੇ ਹਨ, ਨਾਲੋਂ ਨਾਲ ਚੱਲਦੇ ਨੇ। ਪਰ ਜਿਹੜੀ ਜਿੱਤ ਹੈ ਸੱਚੋਂ ਪੂਰਾ, ਸਭ ਕੋ ਉੱਪਰ ਸੱਚ ਅਚਾਰ, ਸਭ ਤੋਂ ਉੱਪਰ ਸੱਚ ਹੁੰਦਾ ਹੈ। ਇਉਂ ਮਹਾਰਾਜ ਕਥਨ ਕਰਦੇ ਨੇ, ਇੱਕ ਵਰਤਿਆ, ਇੱਕ ਪਰਮੇਸ਼ਰ ਆਪ ਹੀ ਦੋਨਾਂ ਦੇ ਵਿੱਚ ਵਰਤ ਰਿਹਾ ਹੈ। ਜੇ ਦਿਨ ਦੇ ਵਿੱਚ ਵਰਤਦਾ ਤਾਂ ਰਾਤ ਨੂੰ ਵੀ ਉਹੀ ਹੈ। ਹਨੇਰਾ ਚਾਨਣ ਆਪੇ ਕੀਆ, ਹਨੇਰਾ ਵੀ ਉਹਨੇ ਕੀਤਾ, ਚਾਨਣ ਵੀ ਉਹਨੇ ਕਰਨਾ ਹੈ। ਵੇਦ ਬਾਣੀ ਵਰਤਾਏ, ਵੇਦ ਬਾਣੀ ਨੂੰ ਆਪ ਹੀ ਰਾਜਸੀ, ਤਾਮਸੀ, ਸਾਤਵੀ ਸੁਭਾਅ ਵਿੱਚ ਵਰਤਾਉਣਾ ਕੀਤਾ ਹੈ। ਅੰਦਰ ਵਾਦ ਕਥਿਆ, ਅਤੇ ਆਪ ਹੀ ਵੇਦਾਂ ਦੇ ਅੰਦਰ ਝਗੜਾ ਪਾ ਦਿੱਤਾ ਹੈ। ਭਾਵ ਵੇਦਾਂ ਵਿੱਚ ਨਾਨਾ ਤਰ੍ਹਾਂ ਦੀ ਉਪਾਸਨਾ ਕਹੀ ਹੈ। ਕਿਤੇ ਜਾਗਾਦਿਕਾਂ ਵਿੱਚ ਪਸ਼ੂਆਂ ਦੀ ਬਲੀ ਦੇਣੀ ਲਿਖੀ ਹੈ, ਕਿਤੇ ਪਸ਼ੂ ਦੀ ਬਲੀ ਦੇਣੀ ਨਖੇਦ ਕਰ ਲਿਖਿਆ ਹੈ। ਪਰ ਵਿਰਤ ਨਰ ਵਿਰਤ ਹਾਠਾ ਦੁਵੈ, ਨਿਰਵਿਰਤ ਤੇ ਪਰਵਿਰਤ ਦੁਨੀਆ ਦੇ ਵਿਵਹਾਰਾਂ ਵਿੱਚ ਲੱਗਣਾ ਪ੍ਰਵਿਰਤੀ ਹੈ। ਨਿਰਵਿਰਤ ਦੁਨੀਆ ਵੱਲੋਂ ਮਨ ਦੇ ਉਪਰਾਮ ਹੋਣ ਦਾ ਭਾਵ ਹੈ, ਅਰਥਾਤ ਮਨਮੁਖਾਂ ਵਿੱਚ ਪ੍ਰਵਿਰਤੀ ਤੇ ਗੁਰਮੁਖਾਂ ਵਿੱਚ ਨਿਰਵਿਰਤੀ। ਇਹ ਦੋ ਤਰਫਾਂ ਬਣਾ ਦਿੱਤੀਆਂ ਨੇ। ਵਿਦ ਧਰਮ ਫਿਰੈ ਬਾਰਿਆ, ਇਹਨਾਂ ਦੋਨਾਂ ਦੇ ਵਿੱਚ ਧਰਮ ਵਿਚੋਲਗੀ ਕਰਦਾ ਫਿਰਦਾ ਹੈ। ਪੁੰਨੀਆਂ ਤੇ ਪਾਪੀਆਂ ਦੀ ਵਿਚੋਲਗੀ ਕਰਦਾ ਫਿਰਦਾ। ਭਾਵ ਧਰਮੀ ਪੁਰਖਾਂ ਦੀ ਗੁਰੂ ਵਿਚੋਲਗੀ ਕਰਕੇ ਧਰਮੀ ਪੁਰਖਾਂ ਨੂੰ ਪਰਮੇਸ਼ਰ ਨਾਲ ਮਿਲਾਉਂਦਾ ਹੈ। ਅਧਰਮੀ ਪੁਰਖਾਂ ਦੀ ਪਾਪ ਵਿਚੋਲਗੀ ਕਰਕੇ ਉਹਨਾਂ ਨੂੰ ਨਰਕਾਂ ਦੇ ਵਿੱਚ ਪਾਉਂਦਾ ਹੈ। ਮਨਮੁਖ ਕੱਚੇ ਕੂੜਿਆਰ, ਜੋ ਮਨਮੁਖ ਕੱਚੇ ਵਿਸ਼ਿਆਂ ਵਿੱਚ ਲੱਗੇ ਨੇ ਅਤੇ ਕੂੜ ਝੋੜ ਦੀ ਆਰ ਪ੍ਰਾਪਤੀ ਵਾਲੇ ਦਰਗਹ ਹਾਰਿਆ, ਤਿੰਨਾਂ ਨੇ ਨਿਸ਼ਚੈ ਕਰਕੇ ਪਰਮੇਸ਼ਰ ਦੀ ਨਿਆਈ ਸਭਾ ਦੇ ਵਿੱਚ ਹਾਰਨਾ ਹੈ। ਗੁਰਮਤਿ ਸ਼ਬਦ ਸੂਰ ਹੈ, ਉਹ ਗੁਰ ਸਿੱਖਿਆ ਦੁਆਰਾ ਉਪਦੇਸ਼ ਦੀ ਕਮਾਈ ਕਰਕੇ ਸੂਰਮੇ ਬਣੇ ਹੋਏ ਹਨ। ਕਾਮ ਕ੍ਰੋਧ ਜਿਨੀ ਮਾਰਿਆ, ਜਿਨ੍ਹਾਂ ਨੇ ਕਾਮ ਕ੍ਰੋਧ ਰੂਪ ਵੈਰੀਆਂ ਨੂੰ ਅੰਦਰੋਂ ਮਾਰਨਾ ਕੀਤਾ ਹੈ। ਇਸੇ ਪ੍ਰਕਾਰ ਗੁਰਮਤਿ ਸ਼ਬਦ ਸੂਰ ਹੈ, ਉਹਨਾਂ ਗੁਰਮਤਿ ਅੰਦਰ ਗੁਰ ਉਪਦੇਸ਼ ਸੂਰਜ ਰੂਪ ਹੈ। ਕਾਮ ਕ੍ਰੋਧ ਜਿਨੀ ਮਾਰਿਆ, ਜਿਨ੍ਹਾਂ ਨੇ ਕਾਮ ਕ੍ਰੋਧ ਰੂਪ ਹਨੇਰੇ ਨੂੰ ਮਾਰਨਾ ਕੀਤਾ ਹੈ। ਗੁਰਦੁਆਰਾ ਸੈਕਟਰ 68 ਸ੍ਰੀ ਗੁਰੂ ਸਿੰਘ ਸਭਾ, ਇਸ ਗੁਰਦੁਆਰੇ ਨੂੰ ਜਦ ਜ਼ਮੀਨ ਅਲਾਟ ਹੋਈ ਤਾਂ ਚਾਹੀਦਾ ਤਾਂ ਸੀ ਵੀ ਗੁਰੂ ਘਰ ਵੱਲੋਂ ਸ਼ਿਕਾਇਤ ਜਾਂਦੀ
पर उल्टा चोर कोतवाल को डंड सामने मार्केट प्लेस है। उत्थे एक ड्रिंक का शोरूम है जिहदे विच बैठ के लोग ड्रिंक करते हैं। उन्हें शिकायत की गुरु घर के विरोध विच कि जमीन की अलाटमेंट इन्हों किसी होर पासे की जाए जी, इन्होंने जगह को वलगण कर ली जी, इन्हें इंज किया जी, उंज उत्थे वक्त पाई रखे कितना चिर, तो बड़ी मुश्किल ना सामभ्या गया। इस वास्ते ये कलयुग का समा है, इन्हें भी अपना सतारा दिखाना होया। ये तो श्री गुरु नानक देव महाराज तो नहीं सी डरिया। गुरु साहब बैठे हुए सी, गुरुद्वारा नानकियाना साहब की गल है, तो उत्थे इन्हें इट्टा रोड़े ते मींह वरसाया सी, महाराज तगड़े होके बचे सीगे। फिर वेख्या भी इहदा डरे ही नहीं, फिर आके चरनी पिया, कह लगा जी कृपा करो मेरी भेटा मंजूर करो। महाराज जी ने दौड़ जा, तू कौन है सी तेन जान दे? कहता जी मैं कलयुग हाँ, मैं भी तो आपका सिख हाँ जी। महाराज कहते भी ये करतूत सिखा वालियां ने, तू आया किस तरह है, शक्ल किस तरह की बनाई हुई सी? बिल्कुल अर्फ नंगड़, एक हाथ इंदरा फड़िया होया, दूजी जवान कहता जी मेरा सुभाव ही इस तरह का है, तुसी बनाया जी, माफी मुफी मांग के छुटिया सी। तो इस वास्ते ये कलयुग है। महाराज कहते हैं कि जिन्होंने सतगुरु नानक देव महाराज की मत लई है, गुर उपदेश सूरज रूप है, उन्होंने काम क्रोध मोह अहंकार कलयुग के प्रभाव को मार लिया। पर जेड़े श्री गुरु नानक देव महाराज की बाणी नहीं पढ़ते, घट्टो घट जपजी साहब का पाठ नहीं करते, वो कलयुग के अति प्रभाव हेठ आ जाते हैं ते दले मले जाते हैं। जय अंतर महल जिन्हां दा पातशाह जी कथन करते हैं, शब्द सवारिया सतगुरु नानक देव जी महाराज ने उपदेश द्वारा जीवन मन संवार दिता है। उन्होंने अपने हृदय विचों सच्चे तुरिया पद रूप महल नो पा लिया है। से भगत तुद भाव दे, परमेश्वर जिन्हां लोकां विचों तैनू ओह भगत पाउंदे ने। सच्चा नाए प्यारिया, जिन्हां दा तेरे सच्चे नाए सच्चे नाम दे नाल प्यार है, या ही प्यारिया जो तेरे सच्चे नाम दे प्यारे बने हन। सतगुर सेवण अपना, जो सच्चे गुरु नू आप दा जान के सेवदे ने। तिना विट हवारिया, तिना पुरों मैं वारने बलिहार कुर्बान जांदा है। श्लोक महला तीजा, तीजे पातशाह धन सतगुरु अमरदास साहिब जी महाराज पावन श्लोक विचार रहे ने। उनव आया, जिन्हें बदल चुक चुके आंदा है। बरसा लाए झड़ी, अते झड़ी ला के सौन दे महीने एक रस वरसदा है। नानक भाणे चलै कंत कै, सतगुरु जी कथन करते कि उस समय विच जो स्त्री अपने पति दे हुक्म दे विच चलदी है, ओ माणे सदा रली, वो हमेशा ही सेवा करके पति की प्रसन्नता मानती है। इसी प्रकार उनव आया, रूपी बदल चुक चुके पाप अत्यंत कृपालु होके आया है, आंदा है। वरसै लाए झड़ी, जीवन की कल्याण करने वास्ते नाम बाणी के उपदेश की झड़ी ला के एक रस वरसदा है। नानक भाणे चलै कंत कै,
सतगुरु महाराज साहब जी कथन करते हैं कि जो महात्मा रूप सखी गुरु उपदेश रूप नाम अमृत नूं पा के पति परमेश्वर दे हुक्म दे विच चलन लग जाती है। सो माने सदा रवे वो सदा पति परमेश्वर की प्राप्ति की खुशी ते आनंद नूं मानदी है। महला तीजा जद तपे दे कहण तो खैरे जात दे जटां ने श्री गुरु अंगद देव जी नूं खडूर साहिब तो जाण लई आखिया सी ਅਤੇ ਸਤਿਗੁਰਾਂ ਨੂੰ ਆਪਣੇ ਨਗਰ ਤੋਂ ਬਾਹਰ ਕੱਢ ਆਏ ਸਨ। ਸ਼ਾਇਦ ਤੁਹਾਨੂੰ ਪਤਾ ਹੋਵੇ ਇੱਕ ਜੋਗੀ ਵਿਗੜਿਆ ਹੋਇਆ ਆਪਣੇ ਆਪ ਨੂੰ ਤਪਾ ਖਾਉਂਦਾ ਖਡੂਰ ਸਾਹਿਬ ਦੇ ਜਟਾਂ ਕੋਲੋਂ ਆਪ ਦੀ ਪੂਜਾ ਕਰਾਉਂਦਾ ਸੀਗਾ। ਅੱਜ ਵੀ ਤੁਸੀਂ ਦੇਖਦੇ ਹੋ ਜਿੰਨੇ ਗੁਰੂ ਜਿੰਨੇ ਵੀ ਡੇਰੇ ਨੇ ਉਹ ਪੰਜਾਬ ਦੇ ਵਿੱਚ ਹੀ ਤੁਹਾਨੂੰ ਲੱਭਣਗੇ। ਮਹਾਰਾਜ ਨੇ ਆਖਿਆ ਘਰ ਘਰ ਹੋਏ ਬਹੇ ਹੈ ਰਾਮਾ ਘਰੋਂ ਘਰੀ ਇੱਟ ਪੁੱਟਣ ਦੀ ਲੋੜ ਨਹੀਂ, ਇੱਟ ਦੇ ਉੱਤੇ ਬੈਠੇ ਹੋਏ ਨੇ। ਪਾਲੇ ਕਿੰਨੇ ਨੇ? ਸਾਡੇ ਮੱਝਾਂ ਦੇ ਦੁੱਧ ਨੇ। ਜਿਹੜੇ ਸਾਡੇ ਕੋਲ ਪੰਜਾਬੀਆਂ ਕੋਲ ਪੈਸੇ ਨੇ ਉਸ ਪੈਸੇ ਨੇ ਪਤਾ ਨਹੀਂ ਆਏ ਕਿੱਥੋਂ ਹਨ। ਇੱਥੇ ਪੜੇ ਹੋਏ ਨੇ, ਇੱਥੇ ਹੀ ਜ਼ਮੀਨਾਂ ਲੈ ਕੇ हैरानी की गल है। तुसी J&K विच जाओ, तुसी उत्थे जमीन नहीं खरीद सकते, खरीद के दिखाओ, घर नहीं लै सकते। बाहरले देशों वांग जिस तरह PR हुंदी है या तो विआह कराओ या किसी होर तरीके नाल बाहरली स्टेट का बंदा उत्थे कोई घर बार नहीं बना सकता। HP चले जाओ पौंडा साहब, इतने नहीं तुसी घर लै सकते, कोई प्रॉपर्टी खरीद सकते। कला पंजाब ही लभा इन्हां लोकां नूं, मैनूं समझ नहीं आउंदी कसूर किहदा है? साडे लोकां दा। असीं जांदे हां ते तां ही उन्हां दी पालना पोषण हुंदी है। ये महाराज दे हुंदियां भी इस तरह सीगा। जिन्ना पखंड पंजाब दे विच है शायद ही किते होर होवे। गुरु साहब सगों होए इत्थे ही ने, इत्थे सगों चढ़दी कला होनी चाहिए है, पर पता नहीं की महाराज की करोपी साडे उपर। पुठे कामां नूं साडे न्याणे शेर ने, ना तां पढ़ाई है ते ना ही कोई जीवन वाली बात है। सतगुरु रहमत करना। वो जोगी ने खडूर दे जटां नूं आपदे मगल आया होया सीगा ते गुरु साहब नाल ईर्खा करदा सीगा। एक बार मीह नहीं पिया, कुदरती या नहीं पिया ते नहीं पिया। उन्होंने आख्या भी तपा जी मीह पवाओ। वो विगड़े ने कहा कि मैं मीह तां पवावांगा, पहला जिहड़े तुसीं गृहस्थी गुरु रखे हुए ने आपदे पिंड विच, ये गृहस्थी काहदा गुरु होया, इहनूं बाहर कढो। कहंदे लो असीं हुणे कढदे हां। आके महाराज नूं कहण लगे कि तुसीं पिंड तो बाहर चले जाओ। महाराज कहंदे क्यों भाई? असीं आपदे घर आपदी भूआ दे घर रह रहे हैं। कहंदे जी तुहाडे इत्थे रहण नाल मीह नहीं पैंदा, तुसीं गृहस्थी बाल बच्चे वाले हो ते नाले पूजा कराउंदे हो, तपा कींदा है। महाराज कहंदे चंगा भाई, जे साडे जान नाल मीह पै सकदा ते साडा की है? आपां रब रब करना बाहर जाके कर लवांगे। वो तपा जोर ला के मर गया, पर मीह कित्थों पए? रब जी नूं तां बाहर कढ दित्ता। फिर गुरु अमरदास जी किते आपदे घर बस के गल्लां आई हुई सी किसी काम। जदों वापस आए कहंदे महाराज कित्थे गए? बाबे बुढ़े ने दस्सिया भी है जोगी की काली करतूत है। महाराज कहंदे मैं दसदा नूं पता। कहंदे कुटो घट ते घड़ीसो ज्यादा, सट भी ना लगे, ये डांग सोटा भी ना मारो ते अगले नूं पता भी लग जाए कि गलती की है। महाराज कहंदे भी तुसीं महाराज नूं क्यों बाहर कढिया? कहंदे जी ये मीह नहीं पैंदा। कहंदे हुण पै गया? कहंदे जी नहीं। वो भलिओ मानसो, मीह दे मालक तां गुरु अंगद देव जी ने, जिन्हां नूं बाहर कढता उन्हां दे बाहर कढण मीह कित्थों पऊगा? मूर्खो, जाओ जोगी नूं फड़ो, उन्हां को चल पुत मीह पा।
नहीं तो साडा हुक्म है, साडा हुक्म यह है कि जेदी पैड़ी चो दे चरण पैणगे करो पूजा, चरण पाओ उनको, बाबा जी चरण पाओ। जेदी पैड़ी चरण पैणगे पैड़ी वही मीनल करोगी दूसरी ने। ते इयों कोई सज्जे धोए कोई खब्बे धोए, साध संगत जीओ सज्जे खब्बे करके उन्होंने बेचारे नूं बेहोश कर दिता। गर्मी तो पहले ही बड़ी सी, पानी तो पहले नहीं सीगा, चंगी उसकी बुरी हालत की। मुड़ के धो खड़ीस खड़ीस ਉਹਦੀ हड्ड पसले एक कर दी उन्होंने। चार सवेरे कोई किसी पासे लाई फिरे, कोई किसी पासे। मारे कहते भी जेदी पैरी विच ਇਹਦੀ हड्ड पसली भी लग जाओ उथे मीन पऊगा। इयों इन्ने जंतर मंत्र बड़े पड़े, बदल चढ़ के आउण पर वर्खा होवे ना। ते जब गुरु अमरदास महाराज जी ने वचन किया तो उस वक्त इन्हां जिमींदारां ने उन्होंने बड़ी बुरी हालत के नाल धो खड़ीस खड़ीस मारिया। जदों बिल्कुल इहदा काम तमाम हो गया, मां ने कहा सी भी वचन साडा उदों तक रहूगा जो तक सूरज है। इस करके हरेक नूं काहली सी कि साडी पैड़ी किते पानी तो खाली ना रह जाए। जदों उन्होंने खत्म कर दिता ते फिर महाराज सच्चे पातशाह जी कहन लगे कि भाई जिथे यदि हड्ड फसली भी लै जाओगी उत्थे भी पैड़ी मीह ना भर जाओ। जो हड्ड फसली पूरी यदि बोटी बोटी हो गई, फिर महाराज कहते उपर नूं वेखो, सतनाम श्री वाहिगुरू आखिया ते मोड़े ताल बारिश हुई। सारियां दियां पैड़ियां पानी दे नाल भर गईयां। इयों साध संगत जीओ गुरु महाराज सच्चे पातशाह जी ने खडूर के जट्टां की कृपा की थी। उन्होंने बचनों जिहड़े उस वक्त हुए, सतगुरु जी ने गुरता गति से विराजमान होके इस महल्ले दे विच उचारण किया है। प्यार दे नाल सुनो। क्या उठ उठ देखो बापुड़े, ये बेचारे पुरखो खडूर साहब वालिओ, तुसीं उठ उठ के की वेखदे हो? ये उपरों बदल वर्खा करनगे कि नहीं करनगे? इस मेघे हाथ किछ नाहे, इस बदल के हाथ विच कुछ भी नहीं है। या इस प्रकार क्या उठ उठ देखो बापुड़े, खैरे जात दे जट जिमींदारो, ये बेचारे पुरखो तुसीं उठ उठ के की वेखदे पए हो? इस मेघे हाथ किछ नाहे, इस पखंडी तपे दे बदल लियाउणा कुछ भी हाथ नहीं है। आप जो सतगुरु साहब जी वर्खा कराउण लई समर्थ सीगे, श्री गुरु अंगद देव महाराज, उन्होंने तो तुसीं अपने पिंड तो बाहर कढ़ दिता है। हुण मीह किवें पवे? जिने मेघ पठाया, इस परमेश्वर ने तपे नूं डेरे तो बाहर कढ़ण बाद ये प्रतख बदल भेजिया है। इस राखो मन माहे, उस परमेश्वर नूं अपने मन विच चित विच वसा के रखना करो। इसी प्रकार उठ उठ देखो बापुड़े, ये बेचारे जीवो तुसीं की उठ उठ के पा संसार तो भ्राम हो के वेखदे हो? इस मेघे हाथ किछ नाहे, ये जिहड़े पखंडी गुरु ने अजकल भी बने फिरदे, ये बदलां दे हथ विच कुछ भी नहीं है। इहो जग धुएं का बहार, धुएं दे बदल हुंदे ने ना, इहों धुएं दी बदलां दी तरह खच पड़तन पैंदी है। वेखण नूं तां उतरां दे हुंदे ने पर अक्खां कौड़ियां हो जांदियां ने। इहों जिहड़ा जग्गिया सो मोरिਆਂ ਦੀ तरह पैलां पौधा, इन्हां कोलों पानी लभण जाए ਉਹ दुखी होके आउंदा है, क्योंकि उन्हां दे हत्थ विच पानी नहीं है, उपदेश का पानी नहीं है। पाप जीवां दी कल्याण करन वाली उपदेश को वर्खा करन दी समर्था ही नहीं है। जिने हो मेघ पठाया, जिस
परमेश्वर ने गुरु अंगद देव रूप बदल संसार में उतारने वास्ते भेजिया है। तिस राखो मन माहे, इसनों अपने चित्त दे विच वसा के रखना करो। तिसनो मन वसाए से, इस परमेश्वर नूं आपदे मन विच हृदय विच वही बसाउंदा है। जाको नदर करे, जिस पर गुरु साहब जी कृपा दृष्टि करता है। बाकी असी लोग तो पूड़ियां छोलियां दे गाहक हाँ कि फलाने डेरे जाओ उत्थे पूड़ियां छोले बड़े सस्ते मिलते हैं, फलानी जगह अनाज फ्री है, फलानी जगह इंज हुंदा। उन्होंने भी गोर आ गया कि दुनिया गरीब है, किसी की लोड़ पूरी करो, आपदे मगर लाओ। किसी की धी का विआह करता, किसी का इलाज करता, किसी को घर बनाता। मतलब जी सही गल है रब के नाम की वो तो उन्होंने कोल है नहीं, उन्होंने तरीका आ गया है। साढ़े कोई आवे भी आप भी धक्के मार दो किधर आ गया हुआ, तो वो लोग गल लाते ने आपके गरीबों को, इस करके जितों किसी को कुछ खाण को मिले या मदद मिले कहते भी धन गुरु धन जिंदाबाद। तो इस वास्ते महाराज साहब सच्चे पातशाह श्री गुरु नानक देव महाराज दसे पातशाही आप दे हुंदियां बहुत ज्यादा लोड़वंदां दी मदद करया करदियां सन। गुरुद्वारा प्रबंधक कमेटियां नूं भी ऐसा प्रबंध करने की जरूरत है, खास करके SGPC। वो मैं बचन करदा भी गुरु रामदास हॉस्पिटल साडे सामने ही है, अमृतसर दे असीं वासी। फिर मैडिकल कॉलेज चलता है, आम बंदे लई उत्थे इलाज करवाना नामुमकिन है, बिल्कुल ना के बराबर। ते जे बच्चे ने मैडिकल च सीट लैनी होवे रब 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 कन्नां नूं हत्थ लगदे ने। तो इस वास्ते जे साडी गुरुद्वारे दी संस्था ही इस तरह का कुछ प्रबंध नहीं कर सकती तो फिर मेरे ख्याल मुताबिक इन्हां लाभ नहीं है, क्योंकि साडा अपना ही कसूर है। महाराज कहते ने जे ते वाहिगुरू की कृपा हुंदी है, रब का नाम तो उही जपदा। हुण मैनूं तां माया चाहिदी है, धी पुत्तां दी एजुकेशन चाहिदी, सारा कुछ घर-बार चाहिदा। मैं तो उहदे कोल जाऊंगा जिहड़ा मेरी मदद करूंगा। नाम नूं मैं की करना दसो, नाम तो उही बंदा जप सकदा जोने भी इत्थे आके जपना। ये तो कोई टावा टावा बिरला बिरला ही रब का गाहक है, जिन्होंने रब की प्राप्ति की इच्छा है, कोई जगियासू, कोई नाम का प्रेमी जिहड़ा असलियत चाहुंदा है। बाकियों को तो दुनियावी लोड़ की जरूरत है। तो इस वास्ते मारे कहते भी वाहिगुरू का नाम जिहड़ा गुरुद्वारे है, धन कलगियां वाले पातशाह ने तो आख्या सी आओ जिन्हों नाम चाहिए उन्होंने सीस देना पैना। सिर कौन देगा, कोई केस रख के राजी नहीं, सिर देना तो बड़ी दूर की गल है, पग सानूं भारी लगती है। तो इस वास्ते महाराज कहते जिहदे ते वाहिगुरू की कृपा हुंदी, रब कृपा करदा, उही रब नूं मन विच वसाउंदा। असीं लोग तां दुनियावी चीज़ां दे गाहक हां। नानक नगरी बाहरे, सतगुरु महाराज कथन करते हैं कि गुरु अति परमेश्वर की कृपा दृष्टि तो बगैर सब करना पलाह करे। सारी सृष्टि कीरने ते यत्न करती है, तरले मारती है, पर किसी को अज तक कोई भी लाभ प्राप्त नहीं हुआ है। इन्हां चीज़ों के विच कोई भी आत्मक उन्नति नहीं है, मन की शांति नहीं है। पहले पातशाह सतगुरु नानक देव महाराज जी उचार रहे ने, सो हर सदा सरेवी है भाई उस हरि परमेश्वर को हमेशा ही सेवना करिए। जिस करत न लागे वार, जिस परमेश्वर को सब कुछ करते हैं, मीह पवाते हैं, जगत पैदा करते हैं, कुछ भी देर नहीं लगती। जिस परमेश्वर को कल्याण करते हैं देरी नहीं लगती। मैं पहला भी बचन सुनाया, मीह की गल तो कुछ भी नहीं है। महापुरख बाबा ठाकुर सिंह साहब को एक बार इसी तरह गर्मियों के दिनों में मैते नगर के वासी कुदरती सोते सिद्ध आके बेनती कर लगे कि औड़ लगी है जी,
कुछ यत्न करो मीह पवे। महापुरुष कहते भी अपने को गुरबाणी है, ਆਪਾਂ ਹੋਰ ਤਾਂ ਕੁਝ ਕਰ ਨਹੀਂ ਸਕਦੇ। ਆਪਾਂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਤੇ ਅਰਦਾਸ ਤੋਂ ਪਹਿਲਾਂ ਗੁਰੂ ਜੀ ਨੂੰ ਪ੍ਰਸੰਨ ਕਰਨ ਲਈ ਕੁਝ ਪਾਠ ਕਰਦੇ ਹਾਂ। ਅਖੰਡ ਪਾਠ ਸਾਹਿਬ ਰੱਖੋ। ਫਿਰ ਕੀਰਤਨ ਹੋਇਆ ਤੇ ਸ਼ਾਮੀ 4 ਵਜੇ ਤੱਕ ਵਾਹਿਗੁਰੂ ਦੀ ਕਿਰਪਾ ਹੋਈ, ਮੋੜੇ ਤਾਰ ਬਾਰਿਸ਼ ਪਈ। ਉਹ ਛੋਟੀ ਜੀ ਗੱਲ ਤੋਂ ਗੁਰੂ ਘਰ ਛੱਡ ਦੇਣਾ ਤੇ ਬੇਮੁਖ ਹੋ ਜਾਣਾ, ਇਹ ਕੋਈ ਬਹੁਤ ਵੱਡੀ ਸਿਆਣਪ ਨਹੀਂ ਹੈ। ਆੜਾਣੇ ਆਕਾਸ ਕਰ। ਦੇਖੋ ਵਾਹਿਗੁਰੂ ਦੀ ਸਮਰੱਥਾ, ਜਿਸ ਪਰਮੇਸ਼ਰ ਨੇ ਡਾਣਿਆਂ ਤੋਂ ਬਗੈਰ ਵਿਣ ਥੰਮਾ ਗਗਨ ਰਹਾਇਆ, ਥੰਮਿਆਂ ਤੋਂ ਬਗੈਰ ਆਕਾਸ਼ ਨੂੰ ਅਸਥਿਤ ਕਰਕੇ ਰੱਖਿਆ ਹੈ। ਹਉ ਮੈਂ ਨਿਤ ਸਮੁੰਦਰ ਤੇ ਜਾਣਾ, ਵੇਲੇ ਹੋ ਗਏ ਗੁਰੂ ਘਰ ਦੀ ਸੇਵਾ ਤੇ ਵੇਖਣਾ ਮਸਾ 4 ਜਾਂ 5 ਫੁੱਟ ਥੱਲੇ ਪਾਣੀ ਹੋਣਾ। ਕਈ ਵਾਰ ਪੁੱਛਣਾ ਵੀ ਉੱਪਰ ਨੂੰ ਨਹੀਂ ਹੁੰਦਾ, ਕਹਿੰਦੇ ਨਹੀਂ ਸਮੁੰਦਰ ਹੈ ਜੀ। ਸਮੁੰਦਰ ਦਾ ਪਾਣੀ ਨਾ ਵੱਧਦਾ ਨਾ ਘਟਦਾ, ਨਾ ਗਰਮ ਨਾ ਠੰਡਾ, ਐਨ ਇੱਕ ਰਸ। ਸਰਦੀ ਗਰਮੀ ਦਾ ਵੀ ਕੋਈ ਅਸਰ ਨਹੀਂ। ਤੇ ਹਾਂ ਜਦੋਂ ਤੂਫਾਨ ਆਉਂਦਾ ਉਦੋਂ ਛੱਲਾਂ ਆਉਂਦੀਆਂ ਨੇ ਤੇ ਫਿਰ ਵੀ ਰੱਬ ਦੀ ਕਿਰਪਾ ਹੀ 13-14 ਡਿਗਰੀ ਤੇ ਉਹ ਤੂਫਾਨ ਆਇਆ। ਕਹਿੰਦੇ ਵੀ ਇਹਦੇ ਤੋਂ 100 ਕਿਲੋਮੀਟਰ ਦੂਰ ਸੀਗਾ, ਥੋੜਾ ਜਿਹਾ ਵੀ ਲਾਗੇ ਹੁੰਦਾ ਤੇ ਕੁਛ ਵੀ ਹੋ ਸਕਦਾ ਸੀ, ਕਿਉਂਕਿ ਅਸਮਾਨ ਨਾਲ ਸੋਹਣੀਆਂ 35-35 ਮੰਜ਼ਿਲਾਂ ਬਿਲਡਿੰਗਾਂ। ਉਹ ਝੂਲਿਆਂ ਦੇ ਵਾਂਗ, ਝੂਟਿਆਂ ਦੇ ਵਾਂਗ ਝੂਟਣ ਸਹੀ ਪਰ ਡਿੱਗੀਆਂ ਨਹੀਂ, ਕਿਉਂਕਿ ਉੱਥੇ ਪਕਿਆਈ ਹੈ, ਕਾਫੀ ਡਿਵੈਲਪਮੈਂਟ ਹੈ। ਲਾਗੇ ਬੰਨੇ ਟਾਪੂਆਂ 'ਚ ਕਾਫੀ ਮੌਤਾਂ ਹੋਈਆਂ ਤੇ ਸਾਡੇ ਤਾਂ ਮਹਾਰਾਜ ਦੀ ਕਿਰਪਾ ਰਹੀ, ਉੱਥੇ ਮੈਂ ਉੱਥੇ ਹੀ ਸੀਗਾ। ਬੀਚਾਂ ਜਿਹੜੀਆਂ ਜਿੰਨਾ ਗੁਰਦੁਆਰਾ ਇੰਨੀ ਰੇਤ ਚੜ ਗਈ, ਇੰਨਾ ਸੋ ਜ਼ਬਰਦਸਤ ਤੂਫਾਨ ਆਇਆ, ਪਰ ਮਹਾਰਾਜ ਦੀ ਕਿਰਪਾ ਰਹੀ। ਪਰਮਾਤਮਾ ਦੀ ਕੁਦਰਤ ਬੜੀ ਮਹਾਨ ਹੈ। ਵੇਖੋ ਸਮੁੰਦਰ ਦੇ ਵਿੱਚ ਉਹਨੂੰ ਰਸਤਾ ਹੀ ਕੋਈ ਨਹੀਂ, ਸੜਕੀ ਰਸਤਾ ਕੋਈ ਨਹੀਂ। ਹਾਂਗਕਾਂਗ ਟਾਪੂ ਜਾਂ ਤਾਂ ਉੱਪਰ ਦੀ ਪੁਲ ਹੈ ਜਾਂ ਥੱਲੇ ਦੀ ਟਨਲ ਹੈ। ਚਾਈਨਾ ਦਾ ਸੜਕੀ ਰਸਤਾ ਹੈ ਸਾਰਿਆਂ ਦੇ ਨਾਲ, ਸਾਡੇ ਨਾਲ ਵੀ ਹੈ, ਪਾਕਿਸਤਾਨ ਨਾਲ ਵੀ, ਪਰ ਹਾਂਗਕਾਂਗ ਦਾ ਕੋਈ ਨਹੀਂ। ਉੱਥੇ ਵੀ ਵੇਖੋ ਮਹਾਰਾਜ ਦੀ ਰਕਸ਼ਾ ਹੈ। 1 ਸਾਲ ਮੈਂ ਵੇਖਦਾ ਰਿਹਾ। ਇਉਂ ਉਹ ਵਾਹਿਗੁਰੂ ਦੀ ਕੁਦਰਤ ਬੜੀ ਮਹਾਨ ਹੈ, ਜਿਨੇ ਆਕਾਸ਼ ਨੂੰ ਥੰਮਿਆਂ ਤੋਂ ਬਗੈਰ ਹੀ ਫੈਲਾਉਣਾ ਕੀਤਾ ਹੈ। ਜਾਂ ਅਚਰਜ ਪਰਮੇਸ਼ਰ ਨੇ ਆਪਣੇ ਆਸਰੇ ਆਕਾਸ਼ ਆਦਿਕ ਨੂੰ ਉੱਪਰ ਛਤਰੀ ਦੀ ਤਰ੍ਹਾਂ ਖੜਾਉਣਾ ਕੀਤਾ ਹੈ। ਮਹਿ ਢਾਹੇ ਉਸਾਰਨਹਾਰ। ਇੱਕ ਦਿਨ ਦੇ ਵਿੱਚ ਸੰਸਾਰ ਦੀ ਰਚਨਾ ਨੂੰ ਢਾਹ ਦਿੰਦਾ, ਡੇਗ ਦਿੰਦਾ, ਨਾਸ਼ ਕਰ ਦਿੰਦਾ, ਤੇ ਇੱਕ ਦਿਨ ਵਿੱਚ ਉਸਾਰਨ ਕਰਨ ਵਾਲਾ, ਪੈਦਾ ਕਰਨ ਵਾਲਾ ਹੈ। ਇੱਕ ਵਾਰ ਨਹੀਂ, ਇਹ ਕਈ ਵਾਰ ਸੰਸਾਰ ਬਣਿਆ ਤੇ ਕਈ ਵਾਰ ਠਠਿਆ ਹੈ। ਆਪੇ ਜਗਤ ਉਪਾਏ ਕੈ। ਪਰਮੇਸ਼ਰ ਆਪ ਹੀ ਜਗਤ ਸੰਸਾਰ ਨੂੰ ਜਾਂ ਸੰਸਾਰ ਦੇ ਜੀਵਾਂ ਨੂੰ ਪੈਦਾ ਕਰਕੇ ਕੁਦਰਤ ਕਰੇ ਵਿਚਾਰ। ਕੁਦਰਤ ਨਾਮੇ ਸ਼ਕਤੀ ਦਾ, ਪਾਵਰ ਦਾ, ਆਪ ਦੀ ਸ਼ਕਤੀ, ਆਪ ਦੀ ਪਾਵਰ ਦੁਆਰਾ ਜਿਹਨੂੰ ਅਰਦਾਸ ਦੇ ਵਿੱਚ ਆਖਿਆ ਪ੍ਰਥਮ ਭਗਉਤੀ ਸਿਮਰਤ ਹੈ। ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੁਦਰਤ ਨੂੰ ਮੰਨਿਆ। ਮਹਾਰਾਜ ਆਪ ਕਹਿੰਦੇ ਨੇ ਕਿ ਕੁਦਰਤ ਕਰੇ ਵਿਚਾਰ। ਸਤਿਗੁਰੂ ਨਾਨਕ ਦੇਵ ਜੀ ਨੇ ਕੁਦਰਤ ਨੂੰ ਮਹਾਨ ਮੰਨਿਆ, ਆਪ ਤੋਂ ਵੱਡੀ ਮੰਨਿਆ ਹੈ। ਸੋ ਕੁਦਰਤ ਕਰਕੇ ਵਸਿਆ ਸੋਏ, ਆਪ ਦੀ ਕੁਦਰਤ ਦੇ ਦੁਆਰਾ ਉਹ ਅਨੁਭਵ ਹੁੰਦਾ। ਇਸ ਲਈ ਜਿਹੜੀ ਰੱਬ ਦੀ ਕੁਦਰਤ, ਜਿਹਨੂੰ ਸ਼ਕਤੀ, ਜਿਹਨੂੰ ਪਾਵਰ ਕਹਿੰਦੇ ਨੇ, ਬੰਦਾ ਹੈ ਤਾਂ ਮਿੱਟੀ, ਇਹਦੀ ਪਾਵਰ ਜਿਹੜੀ ਹੈ, ਰੱਬ ਦੀ ਸ਼ਕਤੀ ਇਹਦੇ 'ਚ ਕੰਮ ਕਰ ਰਹੀ ਹੈ। ਪੱਖਾ ਜਿਹੜਾ ਹੈ ਇਹ ਜੜ ਹੈ, ਇਹ ਪਾਵਰ ਹੀ ਇਹਨੂੰ ਮੂਵਮੈਂਟ 'ਚ ਲਿਆਉਂਦੀ ਹੈ। ਆ ਕੈਮਰੇ ਲੱਗੇ ਹੋਏ ਨੇ, ਸਭ ਪਾਵਰਾਂ ਦੇ ਨਾਲ, ਵਿੱਚ ਬੈਟਰੀਆਂ ਨੇ। ਪਾਵਰ ਤੋਂ ਬਗੈਰ ਤਾਂ ਕੁਛ ਵੀ ਨਹੀਂ ਹੈ। ਜੇ ਬਲਬ ਚਾਨਣ ਕਰ ਰਿਹਾ ਉਹਦੇ ਵਿੱਚ ਵੀ ਪਾਵਰ ਹੈ, ਅੱਖਾਂ ਦੇ ਵਿੱਚ ਵੀ ਪਾਵਰ ਹੈ। ਸੋ ਇਉਂ ਜਿਹੜੀ ਰੱਬ ਦੀ ਪਾਵਰ ਹੈ ਉਹਨੂੰ ਭਗਉਤੀ ਆਖਿਆ ਹੈ। ਕਈ ਕਹਿੰਦੇ ਆ ਕਿ ਜੀ ਇਹ ਦੇਵੀ ਦਾ ਨਾਮ ਹੈ ਜੀ। ਮੂਰਖ ਬੰਦਿਆਂ ਨੇ ਅਰਦਾਸ ਹੀ ਕਹਿੰਦੇ ਉਹਨੂੰ ਬਦਲ ਦਿਓ ਜੀ। ਇੰਨੇ ਵਿਗੜੇ ਹੋਏ ਲੋਕ ਹਨ। ਰੱਬ ਦੀ ਸ਼ਕਤੀ ਨੂੰ ਰੱਬ ਤੋਂ ਤੁਸੀਂ ਵੱਖਰੇ, ਹੁਣ ਬੰਦੇ ਤੋਂ ਸ਼ਕਤੀ ਵੱਖਰੀ ਕਰ ਦਿਓ, ਬੰਦਾ ਕੀ ਰਹੂਗਾ ਦੱਸੋ ਬਈ। ਸ਼ਕਤੀ ਨਾਲ ਹੀ ਉਹ ਭਗਵਾਨ ਹੈ। ਭਗਵਾਨ ਦਾ ਮਤਲਬ ਕੀ ਹੈ? ਖਟ ਭਗਸ ਬਨ,
धर्म सुजस वैराग पुन ऐश्वर्य श्री बगियान ये खट पगा सपन जो काहे ख्यात भगवान। शक्ति तो बगैर तो श्री गुरु नानक देव महाराज ने भी दुनिया ने नहीं मन्या। उन्होंने भी माड़ी मोटी तोप से बंब चलाना पिया बिना गन तो कोई ना कोई करामात दिखाई नतारा दिखिया तो फिर ही आके चरने ढठे सी कौड़ा राक्षो तो खा गया सी मर्दाने नूं। जे तेल का कढ़ाया महाराज ठंडा ना कर दे मर्दाना तो गया सी। वही कंधारी तो महाराज नूं पत्थर मार के उन्हें सुट दिता सी। गुरु साहब तगड़े सी पंजा ला के उन्होंने रोकता। कौन कहता भी करामात या शक्ति नहीं दिखाई। तो इस वास्ते नानक जी का प्रता क्या है महाराज ने मार के खड़ा उतो पानी कढ़िया। वो मक्के वाले तो वो लेट दिंदे महाराज नूं कोई जाके उत्थे दिखाए। इतिहास दे विच पहली बार होया कि गैर मुसलमान श्री गुरु नानक देव जी उत्थे गए होण। मस्कीन जी जोर ला के मर गए। कहते भी हाथ जोड़े भी मैं तो बस यात्रा करनी वेखना जाना। कहते नहीं मस्कीन नूं सऊदी अरब ने वीजा नहीं दिता। कहते मक्के की जियारत मुसलमान कर सकदा। मारे तो तगड़े सीगे उन्होंने आपके चरणों दे विच मक्का मदीना सब निभाया। शक्ति तो बगैर देखो कौन इस तरह करता। फिर यह मक्का कला दिखा रही। कला किनू कहते दसो। शक्ति का ही नाम है। भाई गुरदास जी ने प्रतख कोई अंग्रेजी नहीं लिखी कोई फारसी ने कोई उर्दू नहीं लिखा ठेठ पंजाबी है। कला शक्ति का ही नाम है। करामात की कला है। फिर यह मक्का कला दिखा रही उसे की दिखाया शक्ति दिखाई पर आपकी पूजा नहीं नहीं पैसे इकट्ठे करने वास्ते नहीं परमात्मा का उपदेश देने वास्ते रब के नाम नाल जोड़ने वास्ते। ये अल्लाह ताला वाहिगुरू एक है। ये जब समझ आ गई फिर मां ने सत्संगत करने का उपदेश बख्शिया। उन्होंने भगवती आख्या प्रथम भगवती सिमरक है सब तो पहला वाहिगुरू की शक्ति को याद कर दे। गुर नानक लईंदे आए श्री गुरु गोबिंद सिंह जी महाराज ने भी पावर नूं आप दे उपर रखिया है। जिन्ने भी तख्त बनाए ने तुसीं अज भी देखो अकाल तख्त ते चले जाओ जिहड़ी पावर है शक्ति है वो तो थड़े के उपर विराजमान है। ते महाराज का स्वरूप जिहड़ा है बाणी भी शक्ति है। गुरबाणी की आत्मक शक्ति है ते जिहड़ी प्रत्यक्ष शक्ति है वो कृपाना दे खंडे शस्त्र को तख्त थड़े ते विराजमान ने। गुरु साहब की पालकी हेठा है। अकेशगढ़ साहब चले जाओ हथियार पर ने महाराज का स्वरूप थले नीवा है। हजूर साहब चले जाओ तख्त बनाई पावर की पूजा वास्ते खुद महाराज आप होला महला होना होले महले के शास्त्रों की पूजा करते होंगे। नमस्कार श्री खड़ग को करो सचित लाए। कई निशान साहब ने मथा नहीं टेकते आखे जी बुत परस्ती वो मूर्खो जे बुत परस्ती हो गई तो आ वेखो साडी BSF उन्होंने जान निकल जाती झंडा उतारदिया हुए ते चाड़दिया हुए इन्ना जोर ला के सलूट मारते ने झंडे नूं। ये निशान है सिक्खी का ते ऊपर खंडा लगा हुआ प्रथमे खंडा साध के जिन सब से सार को पाया। ये बुत परस्ती थोड़ो अस निशान नूं पावर नूं मथा टेकदे आ। सो जे झंडा थले उतर गया फिर कौन किथे। ये जिहड़ा झंडा है निशान साहब है यही जिउंदियां जागदियां ते आजाद कौमां दी निशानी हुंदियां ने। इस वास्ते इनू नमस्कार करनी गुरमत है बुत परस्ती नहीं है। प्रथम खंडा साध के जिन सब सहसा रूप आया। इसी तरह नमस्कार श्री खड़ग को करो चित लाए पूर्ण करो ग्रंथ तुम ही करो सहाय। खड़ग केत में शरण तिहारी आप आदर हो उमारी। अस कृपान खंडो खड़ग तुम तवरिया तीर सैफ सुरोही सैथी यह हमारे पीर तीर तो ही सैथी तो ही तवर तलवार नाम तिहारो जो जपै परे सिंध पार। जिते शस्त्र नामम नमस्कार तामम जिते अस्त्र भीम नमस्कार दियम। तीरो तफंगो बड़ो राम जंगो तमुक तर अनियर कमंद कोरडा। पांच शस्त्र परवार सुनो नंद लाल जैसार प्रगट करूंगा अपना राज।
चार वर्ण की वर्ण कराऊं, वाहिगुरु सिंह को नाम चुकाऊं, चढ़े सिंह तिस मुक्त कराऊं, चूल्हे में जी अस्थि साजे, द्वार द्वार पर नौबत बाजे, सवा लाख जब तो है बलीता, तबे खालसा उदय अस्त्रो जीता। जद पंडितां ने देवी प्रगट करने वाले गुरु जी ने सलाह दी कि तुसीं युद्ध करना, देवी प्रगट करो। मारे कहते चुको भाई किन्ने पैसे चाहिए, कहते 1.25 लाख रुपये की समग्री दो, लो करो हवन। हवन कराया, नैना देवी दे को टिले दे हवन किया, सारी समग्री फूक सुटी। मैं कहते दसो ताड़ी देवी कितने होए, वो वेखण तां एक दूजे के मुँह वाल कहते दियो देवी दियो, 1.25 लाख रुपया मेरा फूकता, देवी प्रगट करो। कहते जी उन्हें मुड़ के फिर तरीका वरत्या, झूठ पताने ना बड़ा होंगे। कहते जी देवी बड़ी चाहती है, हाँ महाराज कहते बड़ी भी देऊंगा, दसो कहती बड़ी चाहिए। कहते जी 14 साल की उम्र हो, 16 साल की, नौजवान हो शरीर हो, अनमैरिड हो, सच्चा सच्चा ते उत्तम अवस्था वाला, असी उन्हों की बड़ी दे के केसी स्नान करा के बड़ी दे के देवी को प्रसन्न कर सकते हैं। मन सोचा भी तो साहिबजादे अजीत सिंह वाले इशारा कर रहे हैं, ठहरो पण तो पवित्र जीवन वाला कौन हो सकता, तुसी दुनिया मगलाई हुई है, तुहानू पूछा तो फटफट मैं घुमाऊंगा, आओ इधर करो स्नान केसी, इधर आओ तुहाडी बड़ी देऊंगा। वो डर गए, घबरा गए, उन्होंने पैरा हटन जमीन करी भी इन्हों का की लेना, यह बंदा मारा गया कि मिनट नहीं लाते, सचमुच ही इन्हें सानू आगे सुट देना। कहते जी सानू केसी स्नान का कर आउंदे हो, मारे कहते जाओ कर आओ। वो केसी स्नान करने गए नहीं मुड़े, जिन्ना कुछ फिर मन ने बचा से डीग डीग के अग सुटिया, जो अग के भांपड़ मचे, कहते आओ वेखो नैना देवी प्रगट हो गई। तो महाराज ने तलवार कढ़ी, आखिर भाई कलयुग की यही देवी है, यही पावर है। तलवार अगे बड़े बड़े कहते बिगड़िया तिगड़िया का डंडा पीर, यही पीर है बिगड़िया तिगड़िया का, कोई देवी दुवी नहीं जे। जे कोई देवी या देवता साड़ी मदद करने लई कामयाब हुंदा तो वह शिव जी जिहड़ा अमरनाथ के मंदिर के विचों उन्होंने चिट्ठी मिली सी ब्राह्मणों को, शिव जी की संस्कृत च लिखी हुई, वो चिट्ठी के विच गुरु तेग बहादुर महाराज गुरु नानक साहब की गद्दी कोल भला क्यों भेजदा, शिव जी आप ही मदद कर दिंदा। वो कहते मेरिया बावां खड़ियां औरंगजेब दे अगे असीं नहीं कुछ कर सकते, इहदा ताप बड़ा है, तुसीं गुरु साहब की गद्दी का आसरा लिओ। जिन्हां ने महाराज के कोल भेजिया वो महाराज नूं देवी की मत्ती भला की लोड़ पै गई, दसो भाई गलत गल है। कोई देवी तो भी प्रगट नहीं की, ना पूजा की महाराज ने। सच्चे पातशाह अकाल पुरख के पुजारी सीगे। हेमकुंड साहब के शब्द विच भी यही लिखिया है, द्वैत ते एक रूप होवे गए, ते जे देवी दे पाशक हुंदे फिर कहना सी तीन तो एक हो गए, दोवां दा मतलब एक महाराज ते एक वाहिगुरू। दुष्ट दमन के रूप के विच भी जिहड़ी दूलो देवी सी दैंतां नूं मारदी हुई भज के विंध्याचल पर्वत विच लुक गई सी, फिर गुरु साहब ने दैंतां नूं खत्म किया, फिर वो प्रगट हुई ते कह लगी महाराज मैं तुहाडे नाल आनंद कारज करवाने ने। सच्चे पातशाह कह लगे भी तू बचन का पूरा किया नहीं, तू डरदी भज गई, दैंतां नूं मार नहीं सकी, कहते जी कृपा करो। फिर महाराज कहते कलयुग के विच असीं अवतार धारांगे। उदों ही फिर माता साहब देवा कौर बन के आई, फिर खालसे की माता, सो खालसा पुत तो माता अजीत कौर दे गुरु गोबिंद सिंह ना, पर जिहदे घर ना होवे दी झोली महाराज ने माता साहब देवा कौर दी झोली पाया। तो इस वास्ते कृपाण की धार विचों खालसा प्रगट होया, इन्हां दी मां भी शक्ति है जो दूलो देवी का अवतार हुई। माता साहब देवा कौर भगती ते तप की मूर्त है। किथे तुसीं तुरी फिरदे हो, गुरु घर दा श्री गुरु अंगद देव जी ने दरबार दे विच देवी नूं ज्वालामुखी नूं झाड़ू दिंदियां दिखाया होया सी, देखिया ते महाराज नूं फिर इन्हां ने बच्चा मन्निया तां गुरु कर रहे सीगे। जदों बहादुर शाह की ताजपोशी समागम जागरे गए सी, मुसलमान काजियां ने
ਤੜ ਦੇ ਵਿੱਚ ਪੁੱਛਿਆ ਵੀ ਕਿਹੜੀ ਤੁਹਾਡੇ ਕੋਲ ਸ਼ਕਤੀ ਸਾਨੂੰ ਵੀ ਦਿਖਾਓ, ਜਿਸ ਨਾਲ ਕਿ ਤੁਸੀਂ ਇੰਨੇ ਯੁੱਧ ਕੀਤੇ ਤੇ ਕਿਸੇ ਕੋਲੋਂ ਜਿੱਤੇ ਨਹੀਂ ਗਏ। ਮਹਾਰਾਜ ਨੇ ਕੱਢੀ ਕਿਰਪਾਨ, ਕਹਿੰਦੇ ਆ ਵੇਖ ਲਓ, ਇੱਧਰ ਆਓ ਜਿਹਨੇ ਦੇਖਣੀ, ਕਰੋ ਸਿਰ ਇੱਥੇ, ਮੈਂ ਹੁਣੇ ਗਾਟਾ ਲਾ ਕੇ ਦਿਖਾਉਣਾ ਤਾਂ। ਉਹ ਸਾਰੇ ਘਬਰਾ ਗਏ ਸੀ, ਕਹਿੰਦੇ ਮਿਆਨ ਜੋ ਕਿਰਪਾਨ ਨਹੀਂ ਕੱਢੀ ਦੀ ਫਿਰ ਖੂਨ ਮੰਗਦੀ ਹੈ, ਕਹਿੰਦੇ ਜੀ ਇਹਨੂੰ ਮਿਆਨ ਚ ਪਾ ਲਓ। ਉਹ ਡਰ ਗਏ ਸੀ, ਘਬਰਾ ਗਏ ਸੀ। ਮਹਾਰਾਜ ਏਡੇ ਜ਼ਬਰਦਸਤ ਸੀਗੇ, ਤੁਰਕਾਂ ਦੀ ਸਭਾ ਦੇ ਵਿੱਚ ਘੋੜੇ ਤੇ ਚੜੇ ਚੜਾਤੇ ਕਿਰਪਾਨ ਕੱਢ ਲਈ ਸੀ। ਕਹਿੰਦੇ ਇੱਧਰ ਆਓ, ਇਹ ਜਿਹੜੀ ਪਾਵਰ ਹੈ ਇਹ ਵਾਹਿਗੁਰੂ ਦੀ ਪਾਵਰ ਦਾ ਨਾਮ ਹੀ ਭਗਉਤੀ ਹੈ। ਕਿੱਥੇ ਤੁਸੀਂ ਤੁਰੇ ਫਿਰਦੇ ਹੋ, ਕੋਈ ਦੇਵੀ ਥੋੜੋ। ਸੋ ਇਸ ਲਈ ਮਹਾਰਾਜ ਕਹਿੰਦੇ ਨੇ ਕਿ ਆਪੇ ਜਗਤ ਉਪਾਏਗਾ, ਆਪੇ ਜਗਤ ਉਪਾਏ ਕੈ ਕੁਦਰਤ ਕਰੇ ਵਿਚਾਰ। ਕੁਦਰਤ ਨਾਮ ਸ਼ਕਤੀ ਦਾ ਹੈ, ਪਾਵਰ ਦਾ ਹੈ, ਭਗਉਤੀ ਦਾ ਹੈ। ਵਾਹਿਗੁਰੂ ਆਪ ਦੀ ਪਾਵਰ ਦੁਆਰਾ ਆਪ ਹੀ ਸੰਸਾਰ ਨੂੰ ਪੈਦਾ ਕਰਦਾ ਹੈ ਅਤੇ ਆਪ ਹੀ ਉਹਨਾਂ ਦੇ ਪਾਲਣ ਦੀ ਵਿਚਾਰ ਨਿਰਣਾ ਕਰਦਾ ਹੈ। ਮੁਖ ਅੱਗੇ ਲੇਖਾ ਮੰਗੀਐ, ਮਨ ਨੂੰ ਮੁਖੀ ਬਣਾਉਣ ਵਾਲੇ ਪੁਰਖਾਂ ਤੋਂ ਅੱਗੇ ਪਰਲੋਕ ਦੇ ਵਿੱਚ ਇਹ ਹਿਸਾਬ ਕਿਤਾਬ ਮੰਗਿਆ ਜਾਂਦਾ ਹੈ। ਬਹੁਤੀ ਹੋਵੇ ਮਾਰ, ਅਤੇ ਕੀਤੇ ਮਤ ਕਰਮਾਂ ਅਨੁਸਾਰ ਉਹਨਾਂ ਨੂੰ ਜਮਾਂ ਦੇ ਕੋਲੋਂ ਅਤਿਅੰਤ ਮਾਰ ਪੈਂਦੀ ਹੈ। ਜੁੱਤੀਆਂ ਪੈਂਦੀਆਂ ਵਾਰ ਨਹੀਂ ਆਉਂਦਾ, ਪਾਣਾ ਰਹਿ ਸਜਾਏ। ਮੁਖ ਪਤ ਸੋ ਲੇਖਾ ਨਿਬੜਾ, ਪਰ ਉਪਕਾਰ ਕਰਨ ਵਾਲੇ, ਪਰ ਉਪਕਾਰ ਨਿਤ ਚਿਤਵਤੇ ਨਾਹੀ ਕਛ ਪੋਚ। ਤੇਰੇ ਸੰਤ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਏ ਨਾ ਹਰਸਿਓ ਲੈਣ ਮੁਲਾਏ। ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਏ ਨਾ ਹਰਸਿਓ ਲੈਣ ਮੁਲਾਏ। ਉਹ ਨਾਮ ਸਿਮਰਨ ਵੱਲ ਸਵਾਸ ਲਾਉਣ ਵਾਲੇ ਪ੍ਰਮੁਖ ਜਨਾਂ ਦਾ ਦਰਗਾਹ ਦੇ ਵਿੱਚ ਇੱਜ਼ਤ ਦੇ ਸਹਿਤ ਲੇਖਾ ਹਿਸਾਬ ਕਿਤਾਬ ਨਿਬੜੇਗਾ, ਕਿਉਂਕਿ ਬਖਸ਼ੇ ਸਿਫਤ ਭੰਡਾਰ। ਉਹਨਾਂ ਨੂੰ ਖੁਦਾ ਨੇ ਪ੍ਰੇਮਾ ਭਗਤੀ ਦੇ ਖਜ਼ਾਨੇ ਬਖਸ਼ੇ ਹੋਏ ਨੇ। ਸੇਵਤੀ ਪਰਮੇਸ਼ਰ ਨੇ ਆਪਣੇ ਨਾਮ ਦੇ ਭੰਡਾਰੇ ਬਖਸ਼ੇ ਹੋਏ ਹਨ। ਧਰਮ ਰਾਈ ਦਰ ਕਾਗਜ਼ ਫਾਰੇ, ਜਾਂ ਨਾਨਕ ਲੇਖਾ ਸਮਝਾ। ਉੱਥੇ ਹੱਥ ਨਾ ਅਪੜਾ, ਉੱਥੇ ਦਰਗਾਹ ਦੇ ਵਿੱਚ ਕਿਸੇ ਦਾ ਹੱਥ ਨਹੀਂ ਪਹੁੰਚ ਸਕਦਾ। ਮੂਕ ਨਾ ਸੁਣੀਐ ਪੁਕਾਰ, ਮਤਲਬ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ, ਨਾ ਹੀ ਕਿਸੇ ਦੀ ਉੱਚੀ ਉੱਚੀ ਚੰਗਾ ਮਾਰ ਕੇ ਕੀਤੀ ਹੋਈ ਫਰਿਆਦ ਸੁਣੀ ਜਾ ਸਕਦੀ ਹੈ। ਉੱਥੇ ਸਤਿਗੁਰ ਬੇਲੀ ਹੋਵੇ, ਬੇਲੀਆਂ ਦੇ ਨਾਲ ਬਹਿਣਾ ਪੈਂਦਾ, ਚਾਰ ਗੱਲਾਂ ਮਾਰਨੀਆਂ ਪੈਂਦੀਆਂ, ਰੋਜ਼ ਪਾਰਟੀਆਂ ਕਰਨੀਆਂ ਪੈਂਦੀਆਂ। ਤੇ ਜੇ ਮਿਲਣੋਂ ਜਦੋਂ ਹਟ ਜਾਓ ਫਿਰ ਬੇਲੀ ਕਾਹਦਾ ਰਹਿ ਗਿਆ। ਇਉਂ ਜੇ ਸਤਿਗੁਰੂ ਨੂੰ ਬੇਲੀ ਬਣਾਇਆ ਹੋਵੇਗਾ, ਰੋਜ਼ ਗੁਰਦੁਆਰੇ ਆ ਕੇ ਹਾਜ਼ਰੀ ਲਵਾਵਾਂਗੇ, ਉਹ ਮਿਲਾਂਗੇ, ਗੱਲਬਾਤ ਆਪ ਕਰਾਂਗੇ, ਅਰਦਾਸ ਉਹ ਮਹਾਰਾਜ ਦੀ ਸੁਣਾਂਗੇ, ਗੁਰਬਾਣੀ ਦਾ ਉਪਦੇਸ਼, ਤਾਂ ਹੀ ਬੇਲੀ ਬਣੂਗਾ। ਜੇ ਮੱਥੇ ਹੀ ਨਹੀਂ ਲੱਗੇ ਸਾਰੀ ਉਮਰ, ਤੇ ਮੇਰੇ ਵਰਗਾ ਜੇ ਕਿਤੇ ਆਵੇ ਵੀ ਤੇ ਕਾਰ ਪਾਰਕਿੰਗ 'ਚ ਲਾ ਕੇ ਬੱਸੇ ਚੜ ਜਾਂਦਾ, ਇਧਰੋਂ ਗੇਟ ਤੋਂ ਵੜਦਾ ਦੂਜੇ ਥਾਣੀ ਨਿਕਲ ਜਾਂਦਾ, ਬਿਨਾਂ ਕਰਮਾਂ ਤੋਂ ਮੱਥਾ ਨਹੀਂ ਟੇਕਿਆ ਜਾਂਦਾ। ਸੱਚੇ ਪਾਤਸ਼ਾਹ ਦੀ ਕਿਰਪਾ ਹੋਵੇ। ਜੇ ਸਤਿਗੁਰੂ ਨੂੰ ਬੇਲੀ ਬਣਾਇਆ ਹੋਊਗਾ ਤਾਂ ਉੱਥੇ ਦਰਗਾਹ ਵਿੱਚ ਇੱਕ ਪੂਰਨ ਸਤਿਗੁਰੂ ਸਾਹਿਬ ਜੀ ਸਹਾਇਕ ਹੁੰਦੇ ਨੇ। ਕੱਢ ਲਏ ਅੰਤੀ ਵਾਰ, ਅਖੀਰ ਦੇ ਸਮੇਂ ਨਰਕਾਂ ਦੇ ਦੁੱਖਾਂ ਦੇ ਵਿੱਚੋਂ ਉਹੀ ਕੱਢ ਲੈਂਦੇ ਨੇ, ਹੋਰ ਕਿਸੇ ਦੀ ਉੱਥੇ ਪਹੁੰਚ ਨਹੀਂ ਹੈ। ਇਹਨਾਂ ਜਨਤਾ ਨੂੰ ਹੋਰ ਸੇਵਾ ਨਹੀਂ, ਇਹਨਾਂ ਜੀਆਂ ਜਨਤਾ ਨੂੰ ਹੋਰ ਕਿਸੇ ਦੇਵੀ ਦੇਵਤੇ ਦੀ ਕੀਤੀ ਹੋਈ ਸੇਵਾ ਕਰਨ ਨਾਲ ਆਤਮਿਕ ਸੁਖ ਪ੍ਰਾਪਤ ਨਹੀਂ ਹੁੰਦਾ। ਮਿਹਨਤ ਜ਼ਿਆਦੀ ਹੈ, ਮੁਸ਼ੱਕਤ ਜ਼ਿਆਦੀ, ਖੇਚਲ ਜ਼ਿਆਦੀ ਹੈ, ਤੇ ਫਲ ਘੱਟ ਹੈ। ਫਲ ਹੈ ਸਹੀ, ਜ਼ਰੂਰ ਫਲ ਮਿਲਦਾ ਹੈ, ਪਰ ਸ੍ਰੀ ਗੁਰੂ ਅਮਰਦਾਸ ਜੀ ਦਾ ਜੀਵਨ ਪੜ੍ਹ ਕੇ ਵੇਖੋ, ਪਤਾ ਨਹੀਂ 25 ਜਾਂ 27 ਵਾਰ ਉੱਥੇ ਗੰਗਾ ਦੀ ਯਾਤਰਾ ਕਰ ਆਏ ਸਨ। 6 ਮਹੀਨੇ ਜਾਇਆ ਕਰਦੇ ਸੀਗੇ, ਮਿਲਿਆ ਕੀ ਕੁਛ ਵੀ ਨਹੀਂ। ਆਖਰ ਗੁਰਦੁਆਰੇ ਆਉਣਾ ਪਿਆ। ਮਰਸੀਆਂ ਦਾ ਸਰਪੰਚ ਭਗੀਰਥ ਭਾਈ ਸਾਹਿਬ ਸਾਰੀ ਦਿਹਾੜੀ ਬੈਠਾ ਰਿਹਾ। ਦੇਵੀ ਨੇ ਜਵਾਬ ਦੇ ਦਿੱਤਾ ਵੀ ਜੇ ਮੁਕਤੀ ਹੈ ਤਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਜਾਓ। ਇੰਜ ਪੰਡਤ ਬਣ ਕੇ ਤਪ ਕਰਨ ਤੋਂ ਫਿਰ ਗੁਰੂ ਘਰ ਦੇ ਵਿੱਚ ਨਿਵਾਸ ਮਿਲਦਾ ਹੈ। ਮੁਕਤੀ ਤਾਂ ਇੱਥੇ ਹੀ ਮਿਲਦੀ ਹੈ,
ਕਿਸੇ ਧਰਮ ਦੇ ਵਿੱਚ ਮੈਨੂੰ ਮਾਫ ਕਰਨਾ, ਮੈਂ ਕਿਸੇ ਦਾ ਵਿਰੋਧੀ ਨਹੀਂ ਹਾਂ, ਪਰ ਪਖੰਡ ਕਰਮ ਧਰਮ ਜ਼ਿਆਦਾ ਨੇ, ਨਾਮ ਅਭਿਆਸ ਘੱਟ ਹੈ। ਇੱਕ ਪੂਰਨ ਗੁਰੂ ਨਹੀਂ ਮਿਲਦਾ, ਮੁਕਤੀ ਕਿੱਥੋਂ ਮਿਲੂਗੀ ਦੱਸੋ ਬਈ। ਸੱਚਖੰਡ ਦੀਆਂ ਗੁਰੂਆਂ ਦੇ ਦਰਸ਼ਨ ਦਾ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕਰਾਏ ਨੇ। ਮੈਂ ਆਪਦੇ ਕੋਲੋਂ ਨਹੀਂ ਇਤਿਹਾਸ ਦੀ ਉਦਾਹਰਨ ਦੇ ਕੇ ਤੁਹਾਡੇ ਨਾਲ ਵਚਨ ਸਾਂਝਾ ਕਰਦਾ। ਜਿਹੜਾ ਜੋਗੀ ਸੀਗਾ ਸ੍ਰੀ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਆਇਆ ਸੀ, ਕਹਿੰਦਾ ਮੈਨੂੰ ਮੁਕਤੀ ਦਿਓ। ਮਾਰੇ ਕਹਿੰਦੇ ਵੀ ਜੁਗਤੀ ਨਾਲ ਮੁਕਤੀ ਮਿਲਦੀ ਹੈ, ਇੰਜ ਨਹੀਂ ਮਿਲਦੀ ਧੱਕੇ ਨਾਲ। ਰਿਆ ਤੋਂ ਕੀਤਾ ਕਿੱਥੇ ਹੈ? ਹੁਣ ਬੱਚੇ ਸਾਡੇ ਜੇ ਸਾਰਾ ਸਾਲ ਸਕੂਲ ਗਏ ਨਹੀਂ, ਅਗਲੇ ਨੂੰ ਕੀ ਪਤਾ ਵੀ ਜੇ ਟੈਂਡੈਂਸੀ ਲੱਗੀ ਵੀ ਪੜ੍ਹੇ ਕਿ ਨਹੀਂ ਪੜ੍ਹੇ। ਹੁਣ ਆਓਗੇ ਪੜ੍ਹੋਗੇ ਫਿਰ ਹੀ ਪਤਾ ਲੱਗੂਗਾ। ਪੇਪਰਾਂ ਦਾ ਰੋਲ ਨੰਬਰ ਤਾਂ ਮਿਲਣਾ ਤੇ ਫਿਰ ਪੇਪਰਾਂ 'ਚ ਪਾਸ ਵੀ ਤਾਂ ਹੋ ਸਕੂ। ਤੇ ਇਸ ਵਾਸਤੇ ਤੂੰ ਗੁਰੂ ਘਰ ਕਹਿੰਦਾ ਜੀ 7 ਵਜਨ ਹੁਣ ਮੈਂ ਆਇਆ ਮਾਰੇ ਕਿਤੇ ਹੁਣ ਤਾਂ ਤੇਰੀ ਉਮਰ ਪੂਰੀ ਹੋ ਗਈ, ਸਾਰੀ ਉਮਰ ਹੁਣ ਤੂੰ ਜਦ ਤੱਕ ਹੋਰ ਪਾਸੇ ਤੁਰਿਆ ਫਿਰਦਾ ਰਿਹਾ, ਉਮਰ ਤੇਰੀ ਹੁਣ ਖਤਮ ਹੋ ਗਈ। ਹਾਂ ਤੇਰੀ ਅਰਦਾਸ ਅਸੀਂ ਕਰ ਸਕਦੇ, ਤੂੰ ਇਉਂ ਕਰ ਜਪੀ ਤੋਂ ਵੀ ਬੰਦਾ ਅਰਦਾਸਾ ਸੋਧ ਕੇ ਸਾਡੇ ਘਰ ਜਨਮ ਲੈ ਜੇ ਤੂੰ ਆਨੰਦ ਲੈਣਾ। ਫਿਰ ਉਹ ਮਹਾਰਾਜ ਦਾ ਪੋਤਰਾ ਬਣ ਕੇ ਆਇਆ। ਫਿਰ ਗੁਰੂ ਸਾਹਿਬ ਨੂੰ ਖਬਰ ਮਿਲੀ ਤੇ ਮਹਾਰਾਜ ਨੇ ਉਹ ਜੋਗੀ ਦੇ ਨਾਮ ਤੇ ਉਹਦਾ ਨਾਮ ਵੀ ਆਨੰਦ ਰੱਖਿਆ ਤੇ ਉਹਨੂੰ ਆਨੰਦ ਦੇਣ ਲਈ 38 ਪੌੜੀਆਂ ਗੁਰੂ ਅਮਰਦਾਸ ਜੀ ਦੀਆਂ 2 ਪੌੜੀਆਂ ਗੁਰੂ ਅਰਜਨ ਸਾਹਿਬ ਦੀਆਂ ਜੋ ਮੈਂ ਪੜ੍ਹਿਆ। ਭਾਈ ਬੱਲੂ ਨੂੰ ਆਖਿਆ ਪੱਤਰਾ ਦੇ ਕੇ ਵੀ ਢੋਲ ਫੜ ਤੇ ਕੋਠੇ ਤੇ ਚੜ੍ਹ ਕੇ ਦਾ ਕੀਰਤਨ ਕਰ, ਸਾਰੇ ਪਿੰਡ ਨੂੰ ਸੁਣਾ। ਉਹ ਆਨੰਦ ਸਾਹਿਬ 40 ਪੌੜੀਆਂ ਉਹ ਜੋਗੀ ਨੂੰ ਆਨੰਦ ਦੇਣ ਲਈ ਮਹਾਰਾਜ ਨੇ ਆਪਣੇ ਪੋਤਰੇ ਆਨੰਦ ਦੇ ਜਨਮ ਦੀ ਖੁਸ਼ੀ ਵਿੱਚ ਉਚਾਰੀਆਂ। ਜੋਗੀ ਆਨੰਦ ਲੈਣ ਆਇਆ, ਉਹਨੂੰ ਗੁਰਦੁਆਰੇ ਬਾਣੀ ਦਾ ਆਨੰਦ ਮਿਲਿਆ। ਸੰਤੋਖਾ ਜੋਗੀ ਸਤਿਯੁਗ ਦਾ ਬੈਠਾ ਸਮਾਧੀ ਲਾ ਕੇ ਉਹਦੇ ਗੁਰੂ ਨੇ ਉਹਨੂੰ ਵਰ ਦਿੱਤਾ ਸੀ ਵੀ ਜੇ ਮੁਕਤੀ ਹੈ ਤਾਂ ਗੁਰੂ ਘਰੋਂ ਮਿਲੋਗੀ। ਕਹਿੰਦਾ ਇਸੇ ਸਰੀਰ 'ਚ ਲੈਣੀ, ਫਿਰ ਕਹਿੰਦੇ ਮੱਠ ਬਣਾ ਕੇ ਬੈਠ ਜਾ। ਉਹ ਗੁਰਦੁਆਰਾ ਸੰਤੋਖ ਸਾਹਿਬ ਸਭ ਤੋਂ ਪਹਿਲਾ ਸਥਾਨ ਹੈ, ਉਹਨੂੰ ਮੁਕਤੀ ਜੇ ਦਿੱਤੀ ਗੁਰੂ ਅਰਜਨ ਸਾਹਿਬ ਨੇ ਦਰਸ਼ਨ ਦੇ ਕੇ ਦਿੱਤੀ। ਤੁਸੀਂ ਕਿੱਥੇ ਤੁਰੇ ਫਿਰਦੇ ਹੋ? ਕਿੱਥੋਂ ਮੁਕਤੀ ਲਾਓਗੇ ਭਾਈ? ਕਿਹੜੇ ਧਰਮ 'ਚ ਮੁਕਤੀ ਦੱਸੋ? ਫਿਰ ਬੰਦਾ ਬਹਾਦਰ ਵੈਰਾਗੀ ਸੀਗਾ, ਉਹਨੂੰ ਸ਼ਾਂਤੀ ਤਾਂ ਹੀ ਮੁਕਤੀ ਤਾਂ ਮਿਲੀ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੈਰੀ ਪਿਆ, ਮਹਾਰਾਜ ਦਾ ਬੰਦਾ ਬਣਿਆ ਤਾਂ ਉਹਦੀ ਚੜ੍ਹਦੀ ਕਲਾ ਹੋਈ। ਸਾਰੇ ਗੁਰੂ ਘਰ ਆ ਕੇ ਨਵਾਜੇ ਗਏ। ਧਰੂਹ ਨੂੰ ਵੀ ਗੁਰੂ ਨਾਨਕ ਸਾਹਿਬ ਮਿਲੇ, ਪ੍ਰਹਿਲਾਦ ਨੂੰ ਵੀ ਗੁਰੂ ਨਾਨਕ ਸਾਹਿਬ ਮਿਲੇ, ਜਿੰਨੇ ਵਿਸ਼ਨੂੰ ਭਗਤ, ਜਿੰਨੇ 15 ਭਗਤ, ਸਾਰੇ ਸਰਗੁਣ ਦੇ ਉਪਾਸ਼ਕ, ਸਾਰਿਆਂ ਦੇ ਗੁਰੂਆਂ ਦੇ ਗੁਰੂ ਨਾਨਕ ਸਾਹਿਬ ਜੀ ਹੋਏ। ਤੇ ਅਸੀਂ ਇਸੇ ਘਰ ਜੀ ਜੰਮੇ, ਇਸੇ ਜੀ ਪਲੇ, ਰੋਟੀਆਂ ਇੱਥੋਂ ਖਾਓ, ਦਾਲ ਇੱਥੋਂ ਪੀਓ, ਝਾੜੂ ਇੱਥੇ ਮਾਰੋ। ਤੇ ਜਦੋਂ ਖਸਰਾ ਨਿਕਲੇ ਜਾਂ ਕੋਈ ਹੋਰ ਕੰਮ ਹੋਏ ਤੇ ਉਦੋਂ ਮੰਦਿਰ ਜਾਓ। ਦੱਸੋ ਕਿਸੇ ਹੋਰ ਦੇਵਤੇ ਦੇਵੀ ਦੀ ਜਾ ਕੇ ਉਪਾਸਨਾ ਕਰੋ। ਕਿੰਨੀ ਹਾਸੋਹੀਣੀ ਬਾਤ ਹੈ। ਇਸ ਘਰ ਵਿੱਚ ਰਹਿ ਕੇ ਆਪਾਂ ਬਾਹਰ ਭਟਕਦੇ ਫਿਰਦੇ ਹਾਂ। ਮਹਾਰਾਜ ਕਹਿੰਦੇ ਇਸ ਘਰ ਮੈਂ ਹੈ ਸੋ ਤੂੰ ਰਖਾਏ ਔਰ ਕਿਸੇ ਹੀ ਕੇ ਤੂੰ ਮਤ ਹੀ ਜਾਏ। ਇਹਨਾਂ ਜਨਤਾ ਨੂੰ ਹੋਰ ਸੇਵਾ ਨਹੀਂ, ਖਾਸ ਕਰਕੇ ਇਹਨਾਂ ਸਿੱਖਾਂ ਜੀਆਂ ਜਨਤਾ ਨੂੰ, ਬਾਕੀ ਸਾਰਿਆਂ ਨੂੰ ਆਪਾਂ ਕਹਿੰਦੇ ਹਾਂ, ਪਰ ਸਾਡੇ ਸਿੱਖਾਂ ਵਾਸਤੇ ਤਾਂ ਵਿਸ਼ੇਸ਼ ਉਪਦੇਸ਼। ਹੋਰ ਕਿਸੇ ਦੀ ਸੇਵਾ, ਕਿਸੇ ਨੂੰ ਤਾਂ ਮੁਬਾਰਕ ਹੋਵੇ ਪਰ ਸਾਨੂੰ ਕੋਈ ਫਲੀ ਫੂਟ ਨਹੀਂ ਹੁੰਦੀ। ਸਤਿਗੁਰ ਸਿਰ ਕਰਤਾਰ ਮਹਾਰਾਜ ਕਹਿੰਦੇ ਨੇ, ਸਤਿਗੁਰ ਸਿਰ ਕਰਤਾਰ। ਮਤਲਬ ਜੰਮਣ ਮਰਨ ਤੋਂ ਛੁਟਕਾਰਾ ਕਿਸੇ ਹੋਰ ਦੀ ਸੇਵਾ ਤੋਂ ਨਹੀਂ ਹੁੰਦਾ, ਇੱਕ ਪੂਰੇ ਸਤਿਗੁਰਾਂ ਦੁਆਰਾ ਹੀ ਸ਼੍ਰੋਮਣੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਇਸ ਲਈ ਜਿਹਨੇ ਰੱਬ ਨੂੰ ਪਾਉਣਾ ਹੈ ਉਹ ਗੁਰੂ ਨਾਨਕ ਦੇਵ ਗੋਬਿੰਦ ਰੂਪ ਮਹਾਰਾਜ ਦੇ ਚਰਨੀ ਲੱਗੋ, ਖੰਡੇ ਬਾਟੇ ਦਾ ਅਮਰ ਛਕੋ, ਨਿਤਨੇਮੀ ਹੋ। ਭੁੱਲਾਂ ਚੁੱਕਾ ਖਿਮਾ ਕਰਨੀਆਂ ਜੀ, ਅੱਗੇ ਤੋਂ ਸਮਤ ਬਖਸ਼ਣੀ। ਪਹਿਲਾ ਜਨਤਾ ਨੂੰ ਹੋਰ ਸੇਵਾ ਨਹੀਂ, ਸਤਿਗੁਰ ਸਿਰ ਕਰਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ